ਦੋਸਤੋ, ਇਹ ਵੀਡੀਓ ਕਿਸਾਨਾਂ ਦੇ ਪ੍ਰੋਟੈਸਟ ਦੇ ਬਾਰੇ ਹੈ। ਅੱਜ ਕੱਲ੍ਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਬਹੁਤ ਸਾਰੇ ਕਿਸਾਨ ਦਿੱਲੀ ਦੇ ਆਸੇ-ਪਾਸੇ ਇੱਕ ਅੰਦੋਲਨ ਕਰ ਰਹੇ ਹੈ ਤਾਂ ਕਿ ਉਹ ਗੌਰਮੈਂਟ ਨੂੰ, ਇੰਡੀਅਨ ਗੌਰਮੈਂਟ ਨੂੰ ਕਹਿ ਸਕਣ ਕਿ ਜਿਹੜੇ ਨਵੇਂ ਕਾਨੂੰਨ ਕਿਸਾਨਾਂ ਦੇ ਵਾਸਤੇ ਆਏ ਹੈਗੇ ਹੈ ਉਹ ਉਹਨਾਂ ਦੇ ਹੱਕ ਵਿੱਚ ਨਹੀਂ ਹੈ ਅਤੇ ਇਸ ਲਈ ਗੌਰਮੈਂਟ ਉਹਨਾਂ ਨੂੰ ਵਿਡਰਾ ਕਰੇ, ਕੈਂਸਲ ਕਰੇ। ਤਾਂ you must be knowing that these days hundreds of thousands of farmers, mainly from Punjab, are sitting on the periphery of India's capital, New Delhi, to get the farm laws introduced by the Indian government repealed or cancelled. ਵੈਸੇ ਤਾਂ ਇਸ ਫਾਰਮ ਦੇ ਅੰਦੋਲਨ ਦੇ ਉੱਤੇ ਕਈ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ, ਖਾਸ ਕਰਕੇ YouTube ਦੇ ਉੱਤੇ ਪਏ ਹੋਏ ਹੈ, ਪਰ ਮੈਂ ਇੱਕ ਇਸ ਵੀਡੀਓ ਦੇ, ਵੈਸੇ ਮੈਂ ਅੱਜ ਤੱਕ ਕਦੀ ਵੀਡੀਓ ਰਿਕਾਰਡ ਨਹੀਂ ਕੀਤਾ ਹੈਗਾ ਇਸ ਤਰ੍ਹਾਂ ਕਿਸੇ ਟੌਪਿਕ ਦੇ ਉੱਤੇ, ਪਰ ਮੈਂ ਸੋਚਿਆ ਕਿ ਇਸ ਅੰਦੋਲਨ ਨੂੰ ਲੋਕਾਂ ਨੂੰ ਸਮਝਾਉਣ ਵਾਸਤੇ ਇੱਕ ਅਕੈਡਮਿਕ ਟੱਚ ਦਿੱਤਾ ਜਾਏ। ਤਾਂ ਮੈਂ ਇਸ ਨੂੰ ਇੱਕ ਨਵੇਂ ਤਰੀਕੇ ਦੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਅੱਜ ਮੈਨੂੰ ਪਤਾ ਲੱਗਿਆ ਹੈ ਕਿ ਅੱਜ 6ਵੀਂ ਮੀਟਿੰਗ ਸੀ ਕਿਸਾਨਾਂ ਦੀ ਗੌਰਮੈਂਟ ਦੇ ਮਿਨਿਸਟਰਸ ਦੇ ਨਾਲ। I heard that today it was the 6th round of talk of protesting farmers with the government ministers, and this meeting too failed to bring any meaningful outcome for the farmers. ਅੱਜ 6ਵੀਂ ਮੀਟਿੰਗ ਸੀ ਔਰ ਇਹਦਾ ਵੀ ਕੋਈ ਰਿਜ਼ਲਟ ਚੰਗਾ ਨਹੀਂ ਆਇਆ ਕਿਸਾਨਾਂ ਵਾਸਤੇ, and it was expected also. And strangely, I am surprised to see on many videos they are talking about these ministers taking langar with farmers. Now this is no news, means people are focusing on ministers langar with no big deal. So ਅੱਜ ਮੀਟਿੰਗ ਜਿਹੜੀ ਕਿਸਾਨਾਂ ਦੀ 30 ਤਰੀਕ ਨੂੰ ਮਿਨਿਸਟਰਸ ਦੇ ਨਾਲ ਹੋਈ ਹੈ ਉਹਦਾ ਵੀ ਕੋਈ ਖਾਸ ਨਤੀਜਾ ਨਹੀਂ ਨਿਕਲਿਆ। ਉਹ ਐਕਸਪੈਕਟਡ ਹੀ ਸੀ, ਕਿਉਂਕਿ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਨੂੰ ਲਟਕਾਉਣ ਦੇ ਵਿੱਚ ਲੱਗੀ ਹੋਈ ਹੈ ਔਰ ਕਿਸਾਨ ਇਸ ਚੀਜ਼ ਨੂੰ ਸਮਝ ਨਹੀਂ ਰਹੇ ਹੈ। ਉਹਨਾਂ ਨੂੰ ਮੀਟਿੰਗ ਦੇ ਵਿੱਚ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ, ਇਹ ਉਹਨਾਂ ਨੂੰ ਸਮਝਣਾ ਪਏਗਾ। there is no need for the farmers to go and meet the ministers. Everything in today's digitally driven world, everything can be done without even your physical presence. ਤਾਂ ਉਹਨਾਂ ਨੂੰ ਉੱਥੇ ਜਾਣ ਦੀ ਜ਼ਰੂਰਤ ਨਹੀਂ ਸੀ। ਤਾਂ ਮੈਂ ਅੱਜ ਇਸ ਕਿਸਾਨ ਅੰਦੋਲਨ ਨੂੰ ਇੱਕ ਕੰਸਾਈਜ਼ ਤਰੀਕੇ ਦੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ ਔਰ ਮੈਂ ਇੱਕ, ਜਿਸ ਤਰ੍ਹਾਂ ਮੈਂ ਕਿਹਾ ਕਿ ਇੱਕ ਅਕੈਡਮਿਕ ਟੱਚ ਇਹਨੂੰ ਦੇਣ ਦੀ ਕੋਸ਼ਿਸ਼ ਕਰਾਂਗਾ। ਤਾਂ ਮੈਂ ਇਸ ਪੂਰੇ ਅੰਦੋਲਨ ਨੂੰ, ਕਿਸਾਨਾਂ ਦਾ ਜਿਹੜਾ ਪ੍ਰੋਟੈਸਟ ਹੋ ਰਿਹਾ ਦਿੱਲੀ ਦੇ ਵਿੱਚ, ਇਹਦੇ ਵਾਸਤੇ ਇੱਕ ਸਵਾਟ ਐਨਾਲਿਸਿਸ ਕਰਾਂਗਾ। ਸਵਾਟ ਐਨਾਲਿਸਿਸ ਹੁੰਦਾ ਸਟਰੈਂਥਸ, ਵੀਕਨੈਸਿਸ, ਓਪਰਚੁਨਿਟੀਜ਼ ਐਂਡ ਥ੍ਰੈਟਸ, ਯਾਨੀ ਕਿ ਇਸ ਅੰਦੋਲਨ ਦੀਆਂ ਤਾਕਤ ਕੀ ਹੈਗੀ ਹੈ, ਇਹਦੀਆਂ ਕਮਜ਼ੋਰੀਆਂ ਕੀ ਹੈਗੀਆਂ, ਇਹਦੇ ਵਿੱਚੋਂ ਕੀ ਹੋਰ ਨਿਕਲ ਸਕਦਾ, ਯਾਨੀ ਕਿ ਓਪਰਚੁਨਿਟੀਜ਼ ਐਂਡ ਥ੍ਰੈਟਸ। ਇਹਨੂੰ ਕਿੱਥੋਂ ਥ੍ਰੈਟ, ਮਤਲਬ ਕਿ ਇਹਨੂੰ ਡੀਰੇਲ ਕਰਨ ਵਾਸਤੇ ਅੰਦੋਲਨ ਨੂੰ ਕੀ ਹੋ ਸਕਦਾ ਹੈਗਾ। ਮੈਂ ਆਪਣੇ ਬਾਰੇ ਥੋੜ੍ਹਾ ਜਿਹਾ ਬਰੀਫਲੀ ਦੱਸ ਦਿੰਦਾ ਹੈਗਾ। ਆਈ ਬਿਲੋਂਗ ਟੂ ਚੰਡੀਗੜ੍ਹ. I was a student of Punjab University. I have studied in Punjab University, Chandigarh, and for the past few years I have been living in Delhi. मैं पंजाब ਨੂੰ, ਚੰਡੀਗੜ੍ਹ ਨੂੰ ਬਿਲੋਂਗ ਕਰਦਾ ਹੈਗਾ ਔਰ ਪਿਛਲੇ ਕਰੀਬ 15-20-30 ਸਾਲ ਤੋਂ ਦਿੱਲੀ ਦੇ ਵਿੱਚ ਰਹਿ ਰਿਹਾ ਹੈਗਾ। ਮੈਂ ਇੱਕ ਜਰਨਲਿਸਟ ਹਾਂ। ਪਹਿਲੇ ਟ੍ਰਿਬਿਊਨ ਦੇ ਵਿੱਚ ਮੇਰਾ ਕੈਰੀਅਰ ਸ਼ੁਰੂ ਹੋਇਆ। ਮੈਂ ਟ੍ਰਿਬਿਊਨ ਦੇ ਵਿੱਚ ਲਿਖਦਾ ਸੀ ਔਰ ਨੈਸ਼ਨਲ ਅਵਾਰਡ ਮੈਨੂੰ ਮਿਲਿਆ ਹੋਇਆ ਜਰਨਲਿਜ਼ਮ ਦੇ ਵਿੱਚ। ਔਰ ਅੱਜ ਕੱਲ੍ਹ ਮੈਂ ਇੱਕ ਫੈਕਟ ਮੈਗਜ਼ੀਨ ਹੈ ਉਹਨੂੰ ਚਲਾਉਣਾ ਹੈਗਾ। ਫੈਕਟ ਮੈਗਜ਼ੀਨ ਦਾ ਮਤਲਬ ਹੈ ਫਾਰਮ ਐਂਡ ਕ੍ਰੌਪ ਟਾਈਮਸ, FACT, ਫੈਕਟ, ਫਾਰਮ ਐਂਡ ਕ੍ਰੌਪ ਟਾਈਮਸ ਇੱਕ ਮੈਗਜ਼ੀਨ ਚਲਾਉਣਾ ਹੈਗਾ, ਜਿਹੜੀ ਇੰਟਰਨੈਸ਼ਨਲ ਮੈਗਜ਼ੀਨ ਹੈ ਔਨ ਐਗਰੀਕਲਚਰਲ ਅਫੇਅਰਸ। ਤਾਂ ਮੈਂ ਇਸ ਸਵਾਟ ਐਨਾਲਿਸਿਸ ਦੇ ਵਿੱਚ ਤੁਹਾਨੂੰ ਦੱਸਾਂਗਾ ਕਿ ਇਹ ਜਿਹੜਾ ਕਿਸਾਨਾਂ ਦਾ ਅੰਦੋਲਨ ਪਿਛਲੇ, ਵੈਸੇ ਤਾਂ ਕਹਿੰਦੇ ਆ ਕਿ 6 ਮਹੀਨੇ ਤੋਂ ਹੋ ਰਿਹਾ, ਪਹਿਲਾਂ ਪੰਜਾਬ ਦੇ ਵਿੱਚ ਹੋ ਰਿਹਾ ਸੀ। ਮੈਂ ਇੱਕ ਇਹਦਾ ਮੂਵਮੈਂਟ ਫੋਲੋ ਕਰ ਰਿਹਾ ਹੈਗਾ ਵਾਂ।
ਕਿਸਾਨ ਅੰਦੋਲਨ ਦਾ, ਕਿਉਂਕਿ ਥੋੜ੍ਹਾ ਜਿਹਾ ਮੇਰਾ ਇਮੋਸ਼ਨਲ ਟੱਚ ਵੀ ਹੈਗਾ ਬਿਕੋਜ਼ ਆਈ ਬਿਲੋਂਗ ਟੂ ਪੰਜਾਬ। ਔਰ ਮੈਨੂੰ ਬਹੁਤ ਅੱਛਾ ਲੱਗਦਾ ਜਿਸ ਵੇਲੇ ਲੋਕ ਪੰਜਾਬੀ ਦੇ ਵਿੱਚ ਬੋਲਦੇ ਆ। ਇੱਥੇ ਦਿੱਲੀ ਦੇ ਵਿੱਚ ਰਹਿ ਕੇ ਮੈਨੂੰ ਜਾਂ ਤਾਂ ਅੰਗਰੇਜ਼ੀ ਬੋਲਣੀ ਪੈਂਦੀ ਹੈ ਜਾਂ ਫਿਰ ਹਿੰਦੀ ਬੋਲਣੀ ਪੈਂਦੀ ਹੈਗੀ। ਸੋ ਆਈ ਵਾਜ਼ ਮਿਸਿੰਗ ਦਿਸ ਪੰਜਾਬੀ ਲੈਂਗੁਏਜ, ਤਾਂ ਮੈਂ ਇਹਨੂੰ ਪੰਜਾਬੀ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਵੀਡੀਓ ਨੂੰ। ਕੁਝ ਮੈਂ ਇਹਨੂੰ ਜੋ ਮੈਂ ਬੋਲਾਂਗਾ ਉਹਨੂੰ ਟਰਾਂਸਲੇਟ ਇੰਗਲਿਸ਼ ਦੇ ਵਿੱਚ ਵੀ ਕਰਾਂਗਾ, ਤਾਂ ਕਿ ਜਿਹੜੇ ਲੋਕ ਪੰਜਾਬੀ, ਹਿੰਦੀ ਜਾਂ ਹੋਰ ਲੋਕਲ ਲੈਂਗੁਏਜਸ ਸਾਡੀਆਂ ਨਹੀਂ ਸਮਝਦੇ ਔਰ ਦੂਸਰੇ ਦੇਸ਼ਾਂ ਦੇ ਵਿੱਚ ਬੈਠੇ ਹੋਏ ਹੈ, ਉਹਨਾਂ ਨੂੰ ਵੀ ਇਸ ਅੰਦੋਲਨ ਦੇ ਬਾਰੇ ਥੋੜ੍ਹਾ ਜਿਹਾ ਪਤਾ ਚੱਲੇ। ਤਾਂ ਮੈਂ ਆਈ ਵਿਲ ਬੀ ਯੂਜ਼ਿੰਗ ਅ ਬਿਟ ਆਫ ਇੰਗਲਿਸ਼ ਆਲਸੋ ਇਨ ਦਿਸ ਵੀਡੀਓ। ਤਾਂ ਸਵੋਟ ਐਨਾਲਿਸਿਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਸਟਰੈਂਥਸ ਦੀ ਗੱਲ ਕਰਦੇ ਹਾਂ ਕਿ ਇਸ ਅੰਦੋਲਨ ਦੀ ਤਾਕਤ ਕੀ ਹੈਗੀ ਹੈ। ਸਭ ਤੋਂ ਵੱਡੀ ਤਾਕਤ ਮੈਨੂੰ ਇਹ ਲੱਗੀ ਹੈਗੀ ਹੈ ਮੋਬਿਲਾਈਜੇਸ਼ਨ। ਮੋਬਿਲਾਈਜੇਸ਼ਨ ਦਾ ਮਤਲਬ ਹੈਗਾ ਕਿ ਇਹਨਾਂ ਕਿਸਾਨਾਂ ਨੇ ਜਾਂ ਇਹਨਾਂ ਦੇ ਜੋ ਲੀਡਰਸ ਹੈਗੇ ਆ, ਇਹਨਾਂ ਨੇ ਕਾਫੀ ਵੱਡੇ ਸਤਰ ਦੇ ਉੱਤੇ ਮੋਬਿਲਾਈਜੇਸ਼ਨ, ਸ਼ਾਇਦ ਪੰਜਾਬੀ ਦਾ ਵਰਡ ਇਹਦੇ ਵਾਸਤੇ ਲਾਮਬੰਦੀ ਹੈ, ਜੇ ਵਰਡ ਗਲਤ ਹੋਏਗਾ ਤਾਂ ਪਲੀਜ਼ ਐਕਸਕਿਊਜ਼ ਮੀ। ਤਾਂ ਮੋਬਿਲਾਈਜੇਸ਼ਨ ਇਹਨਾਂ ਨੇ ਬੜੇ ਵੱਡੇ ਸਤਰ ਦੇ ਉੱਤੇ ਪੰਜਾਬ ਤੋਂ ਕਿਸਾਨਾਂ ਨੂੰ ਲਿਆ ਕੇ ਇੱਥੇ ਦਿੱਲੀ ਦੇ ਬਾਹਰ ਬਿਠਾ ਦਿੱਤਾ ਹੈਗਾ। ਇਹਦੀ ਬਹੁਤ ਵੱਡੀ ਸਟਰੈਂਥ ਹੈ। ਇਹੋ ਜਿਹਾ ਮੇਰੀ ਲਾਈਫ ਦੇ ਵਿੱਚ, ਇੰਡੀਆ ਦੇ ਵਿੱਚ ਮੈਂ ਅੱਜ ਤੱਕ ਕਦੀ ਨਹੀਂ ਦੇਖਿਆ। ਮੈਂ ਲੇਟੈਸਟ ਜਿਹੜਾ ਦੇਖਿਆ CAA ਜਿਹੜੇ ਸਿਟੀਜ਼ਨਸ਼ਿਪ ਲਾਸ ਸੀ, ਉਹਦੇ ਵਾਸਤੇ ਇੱਕ ਅੰਦੋਲਨ 3-4 ਮਹੀਨੇ ਚੱਲਿਆ ਹੈਗਾ, ਦਸੰਬਰ ਲਾਸਟ ਈਅਰ ਤੋਂ ਲੈ ਕੇ ਮਾਰਚ ਇਸ ਮਹੀਨੇ 3-4 ਮਹੀਨੇ ਚੱਲਿਆ ਸੀ। ਉਹਨੂੰ ਮੈਂ ਦੇਖਿਆ ਹੈਗਾ, ਉਹ ਵੀ ਬਹੁਤ ਅੱਛਾ ਅੰਦੋਲਨ ਸੀ। ਕਿਸਾਨਾਂ ਦਾ ਅੰਦੋਲਨ ਵੀ ਹੈ, ਬਹੁਤ ਅੱਛਾ ਅੰਦੋਲਨ ਹੈਗਾ। ਪਰ ਇਹਦਾ ਜਿਹੜਾ ਲੈਵਲ ਹੈਗਾ ਉਹ that is in scale that is bigger than the citizenship laws agitation. ਸੋ ਮੋਬਿਲਾਈਜੇਸ਼ਨ ਇਹਦਾ ਸਭ ਤੋਂ ਵੱਡੀ ਸਟਰੈਂਥ ਹੈਗੀ ਹੈ ਕਿ ਬਹੁਤ ਸਾਰੇ ਕਿਸਾਨ ਆ ਗਏ ਹੈਗੇ ਐਂਡ ਦੇ ਪਲੈਜ, ਉਹ ਕਹਿੰਦੇ ਹੈਗੇ ਹੈ ਕਿ ਅਸੀਂ ਇਸ ਅੰਦੋਲਨ ਦੇ ਵਿੱਚ 6 ਮਹੀਨੇ ਤੱਕ ਬੈਠਣ ਨੂੰ ਤਿਆਰ ਹਾਂ। ਐਂਡ ਦੇ ਹੈਵ ਮੇਡ ਦੇਅਰ ਮੇਕਸ਼ਿਫਟ ਹੋਮਸ ਅਰਾਊਂਡ ਦਿੱਲੀ ਦੇ ਆਸੇ ਪਾਸੇ ਉਹਨਾਂ ਨੇ ਆਪਣੇ ਕੱਚੇ ਇੱਕ ਤਰ੍ਹਾਂ ਦੇ ਟਰਾਲੀਆਂ ਦੇ ਵਿੱਚ ਜਾਂ ਬਾਹਰ ਟੈਂਟਾਂ ਦੇ ਵਿੱਚ ਆਪਣੇ ਘਰ ਵੀ ਬਣਾ ਲਏ ਹੈਗੇ। ਉੱਥੇ ਹੀ ਉਹ ਖਾਂਦੇ ਆ, ਲੰਗਰ ਕਰਦੇ ਹੈਗੇ ਆ ਔਰ ਲੋਕਾਂ ਨੂੰ, ਹੋਰਾਂ ਨੂੰ ਵੀ ਵੰਡਦੇ ਹੈਗੇ। ਜਿਹੜੇ ਦਿੱਲੀ ਦੇ ਲੋਕੀ ਵੀ, ਲੋਕਲ ਵੀ ਉੱਥੇ ਜਾਂਦੇ ਹੈਗੇ, ਉਹਨਾਂ ਨੂੰ ਵੀ ਵੰਡਦੇ ਹੈਗੇ। ਤਾਂ ਇਹ ਬਹੁਤ ਵੱਡੀ ਇੱਕ ਸਟਰੈਂਥ ਹੈਗੀ ਹੈ ਇਸ ਐਜੀਟੇਸ਼ਨ ਦੀ। ਸੈਕਿੰਡ ਇਜ਼ ਆਈ ਵੁੱਡ ਸੇ, ਇਹਨੂੰ ਮੈਂ ਥੋੜ੍ਹਾ ਬਰੀਫ ਰੱਖਾਂਗਾ, ਸਾਰਾ ਵੀਡੀਓ ਦੇ ਵਿੱਚ ਲੋਕੀ ਬੋਰ ਵੀ ਹੋ ਜਾਣਗੇ, ਤਾਂ ਇਸ ਨੂੰ ਮੈਂ ਥੋੜ੍ਹਾ ਜਿਹਾ ਬਰੀਫ ਹੀ ਰੱਖਾਂਗਾ। ਦੂਸਰਾ ਜਿਹੜਾ ਇਹਦਾ ਸਭ ਤੋਂ ਵੱਡੀ ਸਟਰੈਂਥ ਹੈਗੀ ਹੈ, ਉਹ ਹੈਗੀ ਹੈ ਪਰਸੀਵਰੈਂਸ। ਯਾਨੀ ਕਿ ਇਹਨੂੰ 6 ਮਹੀਨੇ ਅਸੀਂ ਅਗਰ ਲਗਾਈਏ, ਪਹਿਲਾਂ ਪੰਜਾਬ ਦੇ ਵਿੱਚ ਹੋਇਆ ਔਰ ਪਿਛਲੇ 27 ਤਰੀਕ ਤੋਂ, 27 ਨਵੰਬਰ ਤੋਂ ਦਿੱਲੀ ਦੇ ਆਸੇ ਪਾਸੇ ਹੋ ਰਿਹਾ। ਸਰਦੀ ਵੀ ਬਹੁਤ ਹੈਗੀ ਹੈ ਇੱਥੇ। ਜਿਹੜੇ ਬੈਠੇ ਹੈਗੇ, ਆਈ ਸਲੂਟ ਆਲ ਦੋਜ਼ ਪੀਪਲ ਹੂ ਆਰ ਸਿਟਿੰਗ ਫॉर ਦਿਸ ਐਜੀਟੇਸ਼ਨ, ਫॉर ਦਿਸ ਮੂਵਮੈਂਟ। ਤਾਂ ਇਹਦੀ ਇੱਕ ਵੱਡੀ ਸਟਰੈਂਥ ਹੈਗੀ ਹੈ ਕਿ ਇਹ ਪਿਛਲੇ 6 ਮਹੀਨੇ ਤੋਂ ਪੰਜਾਬ ਦੇ ਵਿੱਚ ਚੱਲ ਰਿਹਾ, ਪਿਛਲੇ 1 ਮਹੀਨੇ ਤੋਂ ਦਿੱਲੀ ਦੇ ਵਿੱਚ ਚੱਲ ਰਿਹਾ ਹੈਗਾ, ਦਿੱਲੀ ਜਾਂ ਦਿੱਲੀ ਦੇ ਆਸੇ ਪਾਸੇ ਚੱਲ ਰਿਹਾ ਹੈਗਾ। ਔਰ ਅੱਗੇ ਲੋਕੀ ਕਹਿ ਰਹੇ ਹੈਗੇ ਆ, ਜਿਹੜੇ ਇਸ ਅੰਦੋਲਨ ਦੇ ਵਿੱਚ ਹਿੱਸਾ ਲੈ ਰਹੇ ਹੈਗੇ ਆ, ਕਿ ਅਸੀਂ ਘੱਟੋ ਘੱਟ 6 ਮਹੀਨੇ ਵਾਸਤੇ ਤਿਆਰੀ ਕਰਕੇ ਆਏ ਹੈਗੇ ਆ। ਉੱਥੋਂ ਦੀ ਆਪਣਾ ਰਾਸ਼ਨ ਲੈ ਕੇ ਆਏ ਹੈਗੇ ਆ, ਇੱਥੇ ਉਹ ਰੋਟੀ ਬਣਾ ਰਹੇ ਹੈਗੇ ਆ ਔਰ ਖਾ ਰਹੇ ਆ। ਇਹਦੀ ਤੋਂ ਪਰਸੀਵਰੈਂਸ ਇਹਨੂੰ ਕਹਿੰਦੇ ਹੈਗੇ ਆ ਇਹਨੂੰ, ਯਾਨੀ ਕਿ ਕਿੰਨਾ ਲੰਬਾ ਇਹਨੂੰ ਲੈ ਕੇ ਜਾ ਸਕਦੇ ਹੈਗੇ, ਕਿਉਂਕਿ ਲੈਂਥ ਆਫ ਐਨੀ ਮੂਵਮੈਂਟ ਇਜ਼ ਵੈਰੀ ਇੰਪੋਰਟੈਂਟ। ਤਾਂ ਇਹਨੂੰ ਉਹ ਕਹਿ ਰਹੇ ਹੈਗੇ ਆ ਕਿ ਅਸੀਂ ਅੱਗੇ ਕਈ ਮਹੀਨੇ ਤੱਕ ਇਹਨੂੰ ਚਲਾਉਣ ਵਾਸਤੇ ਤਿਆਰ ਹੈਗੇ। ਤਾਂ ਦੂਸਰੀ ਸਟਰੈਂਥ ਇਹ ਹੈਗੀ ਹੈ। ਤੀਸਰਾ ਸਭ ਤੋਂ ਵੱਡੀ ਇਹਦੀ ਸਟਰੈਂਥ ਹੈਗੀ ਹੈ ਕਿ ਪੀਸਫੁਲ ਹੋਣਾ ਬਹੁਤ ਜ਼ਰੂਰੀ ਹੈਗਾ। ਉਹ ਇਸ ਲਈ ਕਿ ਜਿਸ ਵੇਲੇ ਕੋਈ ਵੀ ਅੰਦੋਲਨ ਪੀਸਫੁਲ ਨਹੀਂ ਹੋਏਗਾ ਤਾਂ ਸਰਕਾਰ ਨੂੰ ਇੱਕ ਮੌਕਾ ਮਿਲ ਜਾਏਗਾ ਕਿ ਇਸ ਨੂੰ ਵਾਇਲੈਂਸ ਦੇ ਨਾਲ ਦਬਾਇਆ ਜਾਏ। ਤਾਂ ਉਹ ਆਪਣੇ ਸਿਕਿਉਰਿਟੀ ਫੋਰਸਿਸ ਔਰ ਪੁਲਿਸ ਨੂੰ, ਉਹਨਾਂ ਦੀ ਬਰੂਟੈਲਿਟੀ ਨੂੰ ਯੂਜ਼ ਕਰਕੇ ਇਸ ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ। ਇਫ ਦਿਸ agitation is not peaceful, then it will give an excuse to the government or the rulers to use brute force against the protesters to derail this agitation. And then they will have to run back. And there may be chances, as it has been happening
with other protests that people will be implicated in under false charges also. ਸੋ ਇਹ ਅੰਦੋਲਨ ਦੇ ਪੀਸਫੁਲ ਹੋਣਾ ਬਹੁਤ ਜ਼ਰੂਰੀ ਹੈਗਾ। ਕਿਸੇ ਵੀ ਤਰ੍ਹਾਂ ਦਾ ਇਹਦੇ ਵਿੱਚ ਪੂਰੀ ਇਹਨੂੰ ਕੌਸ਼ਨ ਯੂਜ਼ ਕਰਕੇ ਕਿਸੇ ਵੀ ਤਰ੍ਹਾਂ ਇਹਨੂੰ ਪੀਸਫੁਲ ਰੱਖਣਾ, ਤਾਂ ਕਿ ਜੇ ਕਿਸੇ ਤਰ੍ਹਾਂ ਦੇ ਨਾਲ ਕੋਈ ਇਹੋ ਜਿਹੇ ਐਲੀਮੈਂਟ ਇਸ ਅੰਦੋਲਨ ਦੇ ਵਿੱਚ ਵਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ, ਤਾਂ ਉਹਨਾਂ ਨੂੰ ਵੀ ਕੱਢਣ ਵਾਸਤੇ ਪੂਰੀ ਤਰ੍ਹਾਂ ਕੌਸ਼ੀਅਸ ਰਹਿਣਾ ਪਏਗਾ। ਸਾਰੇ ਜਿੰਨੇ ਵੀ ਕਿਸਾਨ ਹੈਗੇ ਆ, ਮੈਂ ਦੇਖ ਰਿਹਾ ਹੈਗਾ ਉੱਥੇ ਕੁਛ ਯੰਗ ਲੋਕ ਹੈਗੇ ਆ, ਉਹ ਬਹੁਤ ਹੀ ਇਸ ਅੰਦੋਲਨ ਦੇ ਵਿੱਚ ਸਭ ਤੋਂ ਜ਼ਿਆਦਾ ਮੈਂ ਮੰਨਦਾ ਹੈਗਾ ਕਿ ਉਹਨਾਂ ਦਾ ਹਿੱਸਾ ਪੰਜਾਬ ਤੋਂ ਲੈ ਕੇ ਇੱਥੇ ਤੱਕ ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਇਹਦੇ ਵਿੱਚ ਕੁਛ ਜਿਹੜੇ ਯੰਗ ਲੋਕ ਹੈਗੇ ਆ ਉਹਨਾਂ ਦੀ ਹੈਗੀ ਹੈ। ਉਹਨਾਂ ਨੇ ਸਾਰੀ ਮੋਬਿਲਾਈਜੇਸ਼ਨ ਜਿੰਨੀ ਹੋਈ ਹੈਗੀ ਹੈ ਉਹਨਾਂ 2-4 ਬੰਦਿਆਂ ਕਰਕੇ ਹੋਈ ਹੈਗੀ ਹੈ। ਉਹ ਸਾਰੇ ਪੰਜਾਬ ਦੇ ਵਿੱਚ ਜਾ ਕੇ ਲੋਕਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਮੈਂ ਨਾਮ ਨਹੀਂ ਲੈਣਾ ਚਾਹਾਂਗਾ ਇੱਥੇ, ਕਿਉਂਕਿ ਕਿਸੇ ਦਾ ਨਾਮ ਛੁੱਟ ਗਿਆ ਤਾਂ ਉਹ ਫਿਰ ਬੁਰਾ ਮੰਨੇਗਾ। ਤਾਂ ਉਹ ਇਸ ਅੰਦੋਲਨ ਦੇ ਵਿੱਚ ਕੋਈ ਐਂਟੀ ਸੋਸ਼ਲ ਐਲੀਮੈਂਟ ਨਾ ਆ ਜਾਏ, ਉਹ ਪੂਰੀ ਕੋਸ਼ਿਸ਼ ਕਰ ਰਹੇ ਆ। ਰਾਤ ਨੂੰ ਮੇਰੇ ਖਿਆਲ ਪੈਰਾ ਵਗੈਰਾ ਵੀ ਦਿੰਦੇ ਹੈਗੇ ਆ ਇੱਥੇ ਦਿੱਲੀ ਦੇ ਆਸੇ ਪਾਸੇ, ਤਾਂ ਕਿ ਇਹਦੇ ਵਿੱਚ ਕੋਈ ਗਲਤ ਹਰਕਤ ਨਾ ਹੋਏ। ਤਾਂ ਇਹਦੀ ਪੀਸਫੁਲ ਹੋਣਾ ਬਹੁਤ ਜ਼ਰੂਰੀ ਹੈਗਾ। ਅਗਲਾ ਹੈਗਾ ਏਪੋਲੀਟੀਕਲ। ਏਪੋਲੀਟੀਕਲ ਦਾ ਮਤਲਬ ਹੈਗਾ ਨਾਨ ਪੋਲੀਟੀਕਲ, ਯਾਨੀ ਕਿ ਇਹਦੇ ਵਿੱਚ ਬਹੁਤ ਹੀ ਇੱਕ ਵੱਡੀ ਅਚੀਵਮੈਂਟ ਹੈਗੀ ਅੰਦੋਲਨ ਦੀ ਕਿ ਇਹਦੇ ਵਿੱਚ ਉਹਨਾਂ ਨੇ ਕਿਸੇ ਵੀ ਟ੍ਰੈਡੀਸ਼ਨਲ ਜਿਹੜੀ ਪੋਲੀਟੀਕਲ ਪਾਰਟੀ ਉਹਨਾਂ ਨੂੰ ਐਂਟਰ ਨਹੀਂ ਕਰਨ ਦਿੱਤਾ। ਪੋਲੀਟੀਸ਼ੀਅਨਸ ਇਸ ਵਕਤ ਇਹ ਕਹਿਣਾ ਠੀਕ ਹੋਏਗਾ ਕਿ ਇਫ ਯੂ ਆਰ ਨਾਟ ਏ ਕ੍ਰੁਕ ਯੂ ਕਾਂਟ ਬੀ ਏ ਪੋਲੀਟੀਸ਼ੀਅਨ ਇਨ ਇੰਡੀਆ, ਯਾਨੀ ਕਿ ਜੇ ਤੁਸੀਂ ਬੇਈਮਾਨ ਨਹੀਂ ਹੋ ਤਾਂ ਇੰਡੀਆ ਦੇ ਵਿੱਚ ਪੋਲੀਟੀਸ਼ੀਅਨ ਨਹੀਂ ਹੋ ਸਕਦੇ। ਤਾਂ ਸਾਰੇ ਦੇ ਸਾਰੇ ਕਿਸੇ ਵੀ ਪਾਰਟੀ ਦੇ, ਮੈਂ ਪੋਲੀਟੀਸ਼ੀਅਨ ਦਾ ਹੋਰ ਕੋਈ ਅਗਰ ਉਹਨਾਂ ਦਾ ਬਲੱਡ ਸੈਂਪਲ ਲਿਆ ਜਾਏ ਸਾਰੇ ਪੋਲੀਟੀਸ਼ੀਅਨ ਦਾ, ਤਾਂ ਉਹਦੇ ਵਿੱਚੋਂ ਉਹਦਾ ਨਿਕਲੇਗਾ ਗਰੁੱਪ ਨਿਕਲੇਗਾ ਸੀ ਮੀਨਸ ਕ੍ਰੁਕ। ਸਾਰਿਆਂ ਦਾ ਇੱਕੋ ਹੀ ਬਲੱਡ ਗਰੁੱਪ ਹੈਗਾ, ਉਹ ਹੈਗਾ ਸੀ, ਕ੍ਰੁਕ, ਬੇਈਮਾਨ ਹੈਗੇ। ਤਾਂ ਇਹ ਬਹੁਤ ਵੱਡੀ ਅਚੀਵਮੈਂਟ ਹੈ ਕਿਸਾਨਾਂ ਦੇ ਅੰਦੋਲਨ ਦੀ ਕਿ ਉਹਨਾਂ ਨੇ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਇਹਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ ਹੈਗਾ। ਤਾਂ ਅੱਗੇ ਵੀ ਜੇਕਰ ਉਹ ਇਸ ਤੋਂ ਬਚ ਕੇ ਰਹਿਣਗੇ ਤਾਂ ਬਹੁਤ ਅੱਛੀ ਗੱਲ ਹੋਏਗੀ। ਮੈਂ ਹੋਰ ਵੀ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ ਪੋਲੀਟਿਕਸ ਦੇ ਬਾਰੇ। ਮੈਂ ਜ਼ਿਆਦਾ ਉਹਦੇ ਡਿਟੇਲ ਤਾਂ ਨਹੀਂ ਜਾਵਾਂਗਾ। ਇਹ ਅਪੋਲੀਟੀਕਲ ਹੋਣ ਦਾ ਸਭ ਤੋਂ ਵੱਡਾ ਅੱਗੇ ਜਾ ਕੇ ਫਾਇਦਾ ਇਹ ਹੋਏਗਾ ਇਹਦਾ ਅੰਦੋਲਨ ਦਾ ਕਿ people who are protesting, they will be able to focus on the democratic systems in the country which are under severe stress. Means all the democratic institutions have virtually been demolished. So ਇਹਨੂੰ ਜਿੰਨਾ ਉਹਨਾਂ ਤੋਂ ਪੋਲੀਟੀਸ਼ੀਅਨਸ ਤੋਂ ਦੂਰ ਰੱਖਿਆ ਜਾਏ ਓਨਾ ਹੀ ਚੰਗਾ ਹੈਗਾ। ਥੋੜ੍ਹਾ ਬਹੁਤ ਮੈਂ ਦੇਖਦਾ ਹੈਗਾ ਕਿ ਦਿੱਲੀ ਦੇ ਕੁਝ ਲੋਕਲ ਪੋਲੀਟੀਸ਼ੀਅਨ ਉੱਥੇ ਜਾ ਰਹੇ ਹੈਗੇ ਆ, ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦੇ ਨਾਲ ਉੱਥੇ ਵੜਨ ਦੀ ਇਜਾਜ਼ਤ ਨਾ ਦਿਓ, ਉਹਨਾਂ ਤੋਂ ਪਿੱਛੇ ਰਹੋ। ਉਹ ਇਸ ਅੰਦੋਲਨ ਨੂੰ ਖਰਾਬ ਹੀ ਕਰਨਗੇ, ਚਾਹੇ ਉਹ ਇਸ ਲਾਜ਼ ਜਿਹੜੇ ਆਏ ਹੈਗੇ ਉਹਨਾਂ ਦੀਆਂ ਕਾਪੀਆਂ ਵਗੈਰਾ ਫਾੜ ਰਹੇ ਹੈਗੇ ਆ, ਪਰ ਉਹ ਸਾਰੇ ਦੇ ਸਾਰੇ ਦੇ ਆਰ ਕ੍ਰੁਕਸ। ਤਾਂ ਇਸ ਤੋਂ ਅਪੋਲੀਟੀਕਲ ਹੋਣਾ ਵੀ ਇਹਦਾ ਬਹੁਤ ਜ਼ਰੂਰੀ ਹੈਗਾ। ਹੁਣ ਮੈਂ ਸਟਰੈਂਥਸ ਹੋ ਗਈਆਂ, ਹੁਣ ਮੈਂ ਵੀਕਨੈਸਿਸ ਦੀ ਇਹਦੀ ਗੱਲ ਕਰਾਂਗਾ। ਆਈ ਹੋਪ ਦਿਸ ਵੀਡੀਓ ਇਜ਼ ਨਾਟ ਗੋਇੰਗ ਅਸਟਰੇ। ਤਾਂ ਵੀਕਨੈਸਿਸ ਇਹਦੀਆਂ ਇਹ ਹੈਗੀਆਂ ਕਿ ਲੈਕ ਆਫ ਲੀਡਰਸ਼ਿਪ। ਇਹਦੇ ਵਿੱਚ ਲੀਡਰ ਕੋਈ ਨਹੀਂ ਹੈਗਾ। ਮੈਂ ਹਰ ਵਾਰੀ ਇਹ ਦੇਖਦਾ ਹੈਗਾ ਵਾਂ ਕਿ 40-50 ਬੰਦੇ ਉੱਥੇ ਜਾ ਕੇ ਮਿਨਿਸਟਰਾਂ ਨੂੰ ਮਿਲਦੇ ਹੈਗੇ, ਉਹਨਾਂ ਦਾ ਜਾਣਾ ਲਾਜ਼ਮੀ ਹੋ ਗਿਆ। ਔਰ ਹਰ ਵਾਰੀ ਉਹ 40-50 ਲੋਕ ਡਿਸਕਸ ਕਰਦੇ। ਇਹਦਾ ਐਜੀਟੇਸ਼ਨ ਦਾ ਜਾਂ ਇਸ ਮੂਵਮੈਂਟ ਦਾ ਜਾਂ ਇਸ ਅੰਦੋਲਨ ਦਾ ਕੋਈ ਪ੍ਰੋਟੈਸਟ ਦਾ ਕੋਈ ਫੇਸ ਨਹੀਂ। ਉਹ ਫੇਸ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਹਿਸਟਰੀ ਵਿੱਚ ਦੇਖੋ ਜਿਹੜੇ ਸਕਸੈਸਫੁਲ ਅੰਦੋਲਨ ਹੋਏ, ਵੈਸੇ ਬਹੁਤ ਘੱਟ ਸਕਸੈਸਫੁਲ ਅੰਦੋਲਨ ਹੋਏ ਹੈਗੇ, ਉਹਨਾਂ ਦੇ ਵਿੱਚ ਇੱਕ ਫੇਸ ਸੀ ਪ੍ਰੋਟੈਸਟ ਦਾ। ਉਹ ਜਿਸ ਤਰ੍ਹਾਂ ਨੈਲਸਨ ਮੰਡੇਲਾ ਨੂੰ ਦੇਖ ਲਓ ਜਾਂ ਗਾਂਧੀ ਨੂੰ ਦੇਖ ਲਓ। ਵੈਸੇ ਗਾਂਧੀ ਨੂੰ ਕੁਛ ਲੋਕ ਨਹੀਂ ਮੰਨਦੇ ਹੈਗੇ, ਪਰ ਗਾਂਧੀ ਦਾ ਅੰਦੋਲਨ ਦੇਖ ਲਓ ਜਾਂ ਸਕਸੈਸਫੁਲ ਅੰਦੋਲਨਾਂ ਦੇ ਵਿੱਚੋਂ ਨੈਲਸਨ ਮੰਡੇਲਾ ਨੂੰ ਦੇਖ ਲਓ ਜਾਂ ਮਾਰਟਿਨ ਲੂਥਰ ਕਿੰਗ ਨੂੰ ਦੇਖ ਲਓ। ਉਹ ਫੇਸ ਸੀ,
ਉਹ ਉਹਨਾਂ ਪ੍ਰੋਟੈਸਟ ਦੇ ਫੇਸ ਸੀ। ਇਸ ਲਈ ਇੱਕ ਲੀਡਰ ਹੋਣਾ ਇਸ ਸਾਰੇ ਪ੍ਰੋਟੈਸਟ ਦਾ ਇਹ ਲੰਬਾ ਚੱਲੇਗਾ। ਇਹ ਤੁਸੀਂ ਇਹ ਨਾ ਮੰਨੋ ਕਿ ਸਿਰਫ ਇਹ ਕਾਨੂੰਨਾਂ ਨੂੰ ਵਾਪਸ ਲੈ ਕੇ ਤੁਹਾਡਾ ਅੰਦੋਲਨ ਖਤਮ ਹੋ ਜਾਏਗਾ। ਇਹ ਫਿਰ ਵਾਪਸ ਆਉਣ ਵਾਲੇ ਹੈ। ਤੁਸੀਂ ਲੋਕੀ ਇਹ ਸਮਝ ਨਹੀਂ ਰਹੇ ਹੈਗੇ, ਇਹ ਇੱਕ ਨਵਾਂ ਵਰਜਨ ਲੈਂਡ ਐਕੁਜੀਸ਼ਨ ਲੈਂਡ ਗ੍ਰੈਬਿੰਗ ਬਿੱਲ ਜਿਹੜਾ ਆਇਆ ਸੀ ਕਰੀਬ 2-3 ਸਾਲ ਪਹਿਲੇ, ਉਹਦਾ ਇੱਕ ਨਵਾਂ ਵਰਜਨ ਹੈ, ਇਹ ਹੋਰ ਕੁਝ ਵੀ ਨਹੀਂ ਹੈ। ਤਾਂ ਇਹ ਨਾ ਤੁਸੀਂ ਸਮਝੋ ਕਿ ਇਹ ਕਾਨੂੰਨ ਵਾਪਸ ਹੋ ਜਾਣਗੇ ਤਾਂ ਨਵਾਂ ਕੁਝ ਨਹੀਂ ਆਏਗਾ। ਇਹੋ ਜਿਹਾ ਹੀ ਕੁਝ ਨਾਮ ਵਗੈਰਾ ਬਦਲ ਕੇ ਫਿਰ ਇਹ ਕਿਸਾਨਾਂ ਦੇ ਉੱਤੇ ਅਟੈਕ ਹੋਏਗਾ। ਤਾਂ ਇਸ ਲਈ ਇਹ ਅੰਦੋਲਨ ਕਾਫੀ ਲੰਬਾ, ਅਗਰ ਇਹ ਵਾਪਸ ਵੀ ਹੋ ਜਾਂਦੇ ਹੈ ਬਿੱਲ ਤਾਂ ਲੰਬਾ ਚੱਲੇਗਾ ਇਹ ਅੰਦੋਲਨ। ਤਾਂ ਇਸ ਲਈ ਇਸ ਪੂਰੇ ਅੰਦੋਲਨ ਦਾ ਇੱਕ ਫੇਸ ਹੋਣਾ ਬਹੁਤ ਜ਼ਰੂਰੀ ਹੈਗਾ। ਮੈਂ ਜਿਸ ਤਰ੍ਹਾਂ ਤੁਹਾਨੂੰ ਐਗਜ਼ਾਮਪਲ ਦਿੱਤੇ ਹੈਗੇ ਹੈ ਨੈਲਸਨ ਮੰਡੇਲਾ ਜਾਂ ਮਾਰਟਿਨ ਲੂਥਰ ਕਿੰਗ ਦਾ ਜਾਂ ਗਾਂਧੀ ਦਾ, ਉਸ ਤਰ੍ਹਾਂ ਦਾ ਇੱਕ ਫੇਸ, ਇੱਕ ਲੀਡਰ ਚਾਹੀਦਾ ਹੈਗਾ ਜਿਹੜਾ ਸੈਲਫਲੈਸ ਹੋਏ। ਸੈਲਫਲੈਸ, ਉਹਨੂੰ ਕੋਈ ਮੀਟਿੰਗ ਵਗੈਰਾ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ, ਉਹ ਇੱਕ ਜਗ੍ਹਾ ਦੇ ਉੱਤੇ ਬਹਿ ਕੇ ਇਸ ਨੂੰ ਸਟ੍ਰੈਟੇਜਾਈਜ਼ ਕਰੇ। ਉਹ ਹੋਣਾ ਲੀਡਰ ਬਹੁਤ ਜ਼ਰੂਰੀ ਹੈ। ਇਸ ਵੇਲੇ ਮੈਂ ਕਾਫੀ ਫੋਲੋ ਕਰਦਾ ਹਾਂ, ਲਿਖਦਾ ਵੀ ਬਹੁਤ ਹਾਂ, ਮੈਨੂੰ ਇਸ ਵੇਲੇ ਕੋਈ ਵੀ ਇੰਡੀਆ ਦੇ ਵਿੱਚ ਇਹੋ ਜਿਹਾ ਬੰਦਾ ਨਹੀਂ ਨਜ਼ਰ ਆ ਰਿਹਾ। ਤਾਂ ਇਹ ਇੱਕ ਬਹੁਤ ਵੱਡਾ ਇੱਕ ਚੈਲੰਜ ਹੈਗਾ ਕਿਸਾਨਾਂ ਦੇ ਵਾਸਤੇ ਜਾਂ ਜਿੰਨੇ ਵੀ ਪ੍ਰੋਟੈਸਟ ਕਰ ਰਹੇ ਲੋਕ, ਕਿ ਉਹਨਾਂ ਨੂੰ ਇੱਕ ਲੀਡਰ ਆਪਣਾ ਲੱਭਣਾ ਹੀ ਪਏਗਾ। ਅਦਰਵਾਈਜ਼ ਇਹ ਬਾਰ-ਬਾਰ ਹੁੰਦਾ ਜਾਏਗਾ ਔਰ ਬਾਰ-ਬਾਰ ਤੁਸੀਂ ਇਹ ਗਰਮੀ ਸਰਦੀ ਬਰਸਾਤ ਦੇ ਵਿੱਚ ਦਿੱਲੀ ਦੇ ਬਾਹਰ ਆ ਕੇ ਨਹੀਂ ਬੈਠ ਸਕੋਗੇ। ਤਾਂ ਇਸ ਨੂੰ ਇੱਕ ਸਟ੍ਰੈਟੇਜਾਈਜ਼ ਕਰਨ ਵਾਸਤੇ ਇੱਕ ਲੀਡਰ ਹੋਣਾ ਬਹੁਤ ਜ਼ਰੂਰੀ ਹੈ। ਉਹ ਲੀਡਰ ਲੱਭਣਾ ਪਏਗਾ। ਮੇਰੀ ਨਜ਼ਰ ਦੇ ਵਿੱਚ ਇਸ ਵੇਲੇ ਕੋਈ ਵੀ ਨਹੀਂ ਆਉਂਦਾ ਹੈ। ਮੈਂ ਬਹੁਤ ਜ਼ਿਆਦਾ ਸਟੱਡੀ ਕਰਦਾ ਹੈਗਾ ਔਰ ਲਿਖਦਾ ਬਹੁਤ ਜ਼ਿਆਦਾ, ਇੰਟਰਨੈਸ਼ਨਲੀ ਮੇਰਾ ਪੜ੍ਹਿਆ ਜਾਂਦਾ ਹੈਗਾ ਸਾਰੇ ਕੰਟਰੀਜ਼ ਦੇ ਵਿੱਚ। ਜੋ ਮੈਂ ਲਿਖਦਾ ਹੈਗਾ ਵਾ ਉਹ ਲੋਕਾਂ ਦੀ ਯੂਰਪੀਅਨ ਔਰ ਦੂਸਰੀਆਂ ਪਾਰਲੀਮੈਂਟਸ ਦੇ ਵਿੱਚ ਸਰਕੂਲੇਟ ਹੁੰਦਾ ਹੈਗਾ। ਤਾਂ ਮੈਂ ਇਹ ਸਾਰਾ ਸਟੱਡੀ ਕਰਨ ਤੋਂ ਬਾਅਦ ਤੁਹਾਨੂੰ ਦੱਸ ਰਿਹਾ ਹੈਗਾ ਕਿ ਇਸ ਵੇਲੇ ਕੋਈ ਵੀ ਲੀਡਰ ਨਹੀਂ ਹੈ ਜਿਹੜਾ ਇਸ ਪ੍ਰੋਟੈਸਟ ਨੂੰ ਜਾਂ ਕਿਸੇ ਹੋਰ ਪ੍ਰੋਟੈਸਟ ਨੂੰ ਲੀਡ ਕਰ ਸਕੇ। ਤਾਂ ਦਿਸ ਇਜ਼ ਅਨਫੋਰਚੂਨੇਟ ਬਟ ਟਰੂ। ਤਾਂ ਇਹ ਲੀਡਰ ਲੱਭਣਾ ਬਹੁਤ ਜ਼ਰੂਰੀ ਹੈ। ਤਾਂ ਇਹ ਇਹਦੀ ਇੱਕ ਵੀਕਨੈਸ ਹੈ ਕਿ ਲੀਡਰ ਕੋਈ ਨਹੀਂ ਹੈਗਾ। ਸੈਕਿੰਡ ਬਹੁਤ ਵੱਡਾ ਇੱਕ ਵੀਕਨੈਸ ਹੈਗੀ ਹੈ, ਉਹ ਹੈ ਲੈਕ ਆਫ ਕੰਟੈਂਟ। ਕੰਟੈਂਟ ਹੀ ਕੋਈ ਨਹੀਂ ਹੈ। ਮੈਂ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਪਤਾ ਤਾਂ ਚੱਲੇ ਕਿ ਬਈ ਇਹ ਜਿਹੜੀਆਂ ਮੀਟਿੰਗਾਂ ਹੁੰਦੀਆਂ ਅੰਦਰ ਕਿਸਾਨਾਂ ਦੀਆਂ ਆਪਸ ਦੇ ਵਿੱਚ ਜਾਂ ਮਿਨਿਸਟਰਾਂ ਦੇ ਨਾਲ ਹੁੰਦੀਆਂ ਮੀਟਿੰਗ, ਉਹਦਾ ਕੋਈ ਬਰੀਫ ਜਾਂ ਪੂਰਾ ਉਹਦਾ ਕੰਟੈਂਟ ਆਡੀਓ ਵਿਜ਼ੂਅਲ ਜਾਂ ਟੈਕਸਟ ਦੇ ਵਿੱਚ ਕੁਝ ਕਿਧਰੇ ਅਵੇਲੇਬਲ ਹੈਗਾ, ਕਈ ਕਿਧਰੇ ਵੀ ਮੈਨੂੰ ਅਵੇਲੇਬਲ ਨਹੀਂ ਲੱਗਿਆ। ਔਰ ਸਾਰੀ ਗਲਤੀ ਇਹਦੇ ਵਿੱਚ ਇਹਨਾਂ ਪ੍ਰੋਟੈਸਟਿੰਗ ਕਿਸਾਨਾਂ ਦੀ ਹੈ। ਤੁਸੀਂ ਇਹ ਦੇਖੋ ਕਿ ਉਹਨਾਂ ਨੇ ਹੁਣੇ ਇੱਕ ਇਸ ਤਰ੍ਹਾਂ ਕਰਕੇ ਟਵਿੱਟਰ ਦਾ ਕੁਝ ਬਣਾਇਆ ਹੈਗਾ। ਉਹ ਟਵਿੱਟਰ ਦੇ ਉੱਤੇ 100, 200, 300 ਲੋਕ ਆਉਂਦੇ ਹੈਗੇ। ਇਹ ਬਹੁਤ ਵੱਡਾ ਇੱਕ ਮਿਥ ਹੈਗੀ ਹੈ ਕਿ ਬਈ ਟਵਿੱਟਰ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਕੁਝ ਪਾ ਦਿਓ ਤਾਂ ਉਹ ਬੜਾ ਸਕਸੈਸਫੁਲ ਹੁੰਦਾ। ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਦੱਸਣਾ ਚਾਹੁੰਦਾ ਹੈਗਾ। ਮੈਂ ਯੂਨਾਈਟਿਡ ਨੇਸ਼ਨਸ ਦੇ ਨਾਲ ਕੰਮ ਕੀਤਾ, ਯੂਨੀਡੋ, United Nations Industrial Development Organization. I was the digital media expert for UNIDO. ਤਾਂ ਮੈਂ ਜਿਹੜੀਆਂ ਸਮਾਲ ਸਕੇਲ ਕੰਪਨੀਆਂ ਹੁੰਦੀਆਂ ਉੱਥੇ ਜਾ ਕੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਟ੍ਰੇਨਿੰਗ ਦਿੰਦਾ ਸੀ ਥਰੂ UNIDO ਕਿ ਡਿਜੀਟਲ ਮੀਡੀਆ ਨੂੰ, ਡਿਜੀਟਲ ਮਾਰਕੀਟਿੰਗ ਨੂੰ ਕਿਸ ਤਰ੍ਹਾਂ ਯੂਜ਼ ਕਰਨਾ ਹੈ ਆਪਣੇ ਪ੍ਰੋਡਕਟਸ ਨੂੰ ਐਕਸਪੋਰਟ ਕਰਨ ਵਾਸਤੇ। ਇਹ ਮੇਰੀ ਰਿਸਪੌਂਸਿਬਿਲਿਟੀ ਸੀ। ਤਾਂ ਮੈਂ ਡਿਜੀਟਲ ਮੀਡੀਆ ਨੂੰ ਬਹੁਤ ਅੱਛੀ ਤਰ੍ਹਾਂ ਸਮਝਦਾ ਹੈਗਾ ਵਾ। ਇਹ ਟਵਿੱਟਰ ਵਗੈਰਾ ਦੇ ਨਾਲ ਕੁਝ ਵੀ ਨਹੀਂ ਹੋਣਾ ਹੈਗਾ। ਇਹ ਹੁੰਦਾ ਹੈਗਾ ਮਿਕਸ ਮੀਡੀਆ, ਤੁਹਾਨੂੰ ਯੂਜ਼ ਕਰਨਾ ਪਏਗਾ। ਮਿਕਸ ਮੀਡੀਆ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ, ਇੱਕ ਵੈਬਸਾਈਟ, ਮਲਟੀਲਿੰਗੁਅਲ ਵੈਬਸਾਈਟ ਬਣਾਉਣੀ ਪਏਗੀ। ਪਹਿਲੇ ਤੁਹਾਨੂੰ ਸਭ ਤੋਂ ਪਹਿਲੀ ਜ਼ਰੂਰਤ ਉਹ ਹੈਗੀ ਹੈ। ਉਹਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਅਪਡੇਟਿਡ ਕੰਟੈਂਟ ਹੋਣਾ ਚਾਹੀਦਾ। ਇੱਥੇ ਮੈਂ ਦੇਖਦਾ ਹੈਗਾ ਵਾ ਟਵਿੱਟਰ ਦੇ ਉੱਤੇ ਜਿਹੜਾ ਅਕਾਊਂਟ ਬਣਾਇਆ ਹੁਣੇ ਰੀਸੈਂਟਲੀ, ਉਹਦੇ ਵਿੱਚ ਪੂਰੇ ਦਿਨ ਦੇ ਵਿੱਚ 3 ਜਾਂ 4 ਟਵੀਟਸ ਆਉਂਦੇ ਹੈਗੇ। ਉਹਦੇ ਵਿੱਚ ਇਸ ਤਰ੍ਹਾਂ ਹੀ ਕੋਈ ਵੀਡੀਓ ਦੇ ਉੱਤੇ ਬਹਿ ਕੇ ਐਸਾ ਫਜ਼ੂਲ ਦੀ ਰੈਪੀਟੀਸ਼ਨ ਵਗੈਰਾ ਉਹ ਕਰਕੇ ਪਾਈ ਜਾਂਦੇ ਹੈਗੇ। ਮੀਨਸ ਦੈਟ ਇਜ਼ ਨਾਟ ਕੰਟੈਂਟ, ਦੈਟ ਇਜ਼ ਜੰਕ। ਉਹਨੂੰ ਤੁਸੀਂ ਕੰਟੈਂਟ ਨਾ ਸਮਝੋ। ਕੰਟੈਂਟ ਦੀ ਡੈਫੀਨੇਸ਼ਨ ਕੁਝ ਹੋਰ ਹੈਗੀ ਹੈ। ਤਾਂ ਮੈਂ ਤੁਹਾਨੂੰ ਇਹ ਇਸ ਲਈ ਬਰੀਫਲੀ ਦੱਸਣਾ ਚਾਹੁੰਦਾ ਹੈਗਾ। ਮਿਕਸ ਮੀਡੀਆ ਜਿਸ ਲਈ ਮੈਂ ਕਹਿਣਾ ਹੈਗਾ, ਉਹਦੇ 'ਚ ਡਿਜੀਟਲ ਮੀਡੀਆ ਐਜ਼ ਵੈਲ ਐਜ਼ ਟ੍ਰੈਡੀਸ਼ਨਲ ਮੀਡੀਆ ਉਹ ਵੀ ਬਹੁਤ ਇੰਪੋਰਟੈਂਟ ਹੈ। ਜਦ ਕਿ ਸਾਡੇ ਕੰਟਰੀ ਦੇ ਵਿੱਚ ਜ਼ਿਆਦਾਤਰ ਲੋਕ ਅਨਪੜ੍ਹ ਹੈ,
ਉਹ ਇਹਨੂੰ ਡਿਜੀਟਲ ਮੀਡੀਆ ਨਹੀਂ ਸਮਝਦੇ ਹੈ। ਤਾਂ ਡਿਜੀਟਲ ਮੀਡੀਆ ਦੇ ਇੱਕ ਕੰਪਰੀਹੈਂਸਿਵ ਵੈਬਸਾਈਟ ਸਭ ਤੋਂ ਹੋਣੀ ਚਾਹੀਦੀ ਹੈ, ਪਹਿਲੇ ਮਲਟੀਲਿੰਗੁਅਲ ਵੈਬਸਾਈਟ। ਉਹਦੇ ਵਿੱਚ ਇੰਗਲਿਸ਼ ਤਾਂ ਬਹੁਤ ਜ਼ਰੂਰੀ ਹੈ ਤਾਂ ਕਿ ਇੰਟਰਨੈਸ਼ਨਲ ਮੋਬਿਲਾਈਜੇਸ਼ਨ ਹੋ ਸਕੇ ਇਸ ਅੰਦੋਲਨ ਦੇ ਵਾਸਤੇ। ਤਾਂ ਵੈਬਸਾਈਟ, ਇੱਕ ਕੰਪਰੀਹੈਂਸਿਵ ਵੈਬਸਾਈਟ ਬਹੁਤ ਜ਼ਰੂਰੀ ਹੈ, ਜਿਹੜੀ ਦਿਨ ਦੇ ਵਿੱਚ ਘੱਟੋ ਘੱਟ 10 ਵਾਰੀ ਅਪਡੇਟ ਹੋਏ, 10 ਵਾਰੀ ਘੱਟੋ ਘੱਟ। ਇਟ ਸ਼ੁੱਡ ਬੀ ਅਪਡੇਟਡ ਰੈਗੂਲਰਲੀ। ਤਾਂ ਉਸ ਦਾ ਜਿਹੜਾ ਕੰਟੈਂਟ ਹੈਗਾ ਉਹਨੂੰ ਤੁਸੀਂ ਸੋਸ਼ਲ ਮੀਡੀਆ ਦੇ ਥਰੂ ਉਹਦੇ ਲਿੰਕਸ ਪਾ ਕੇ ਉਹਨੂੰ ਸ਼ੇਅਰ ਕਰਨਾ ਹੈਗਾ। ਸੋਸ਼ਲ ਮੀਡੀਆ ਕਾਂਟ ਬੀ ਅ ਕੰਪਲੀਟ ਮੀਡੀਆ ਕਮਿਊਨੀਕੇਸ਼ਨ ਵਹੀਕਲ। ਇਹਨੂੰ ਤੁਸੀਂ ਅਲੱਗ ਤੋਂ ਇੱਕ ਸਾਈਟ ਬਣਾ ਕੇ ਉਹਦੇ ਸਿਰਫ ਲਿੰਕ, ਇੱਥੇ ਲਿੰਕ ਨੂੰ ਜਿਸ ਵੇਲੇ ਬੰਦਾ ਕਲਿੱਕ ਕਰੇ ਤਾਂ ਦੇ ਸ਼ੁੱਡ ਬੀ ਏਬਲ ਟੂ ਗੈਟ ਦ ਕੰਪਰੀਹੈਂਸਿਵ ਇਨਫੋਰਮੇਸ਼ਨ ਅਬਾਊਟ दैट टॉपिक। दिस इज वेरी वेरी इंपॉर्टेंट। साइट बनाओ, ਅੱਜ ਹੀ ਬਣਾਓ। ਤਾਂ ਇੱਕ ਹੋ ਗਿਆ ਹੈ ਸਾਈਟ ਦਾ। ਦੂਸਰਾ ਜਿਹੜਾ ਹੋ ਗਿਆ, ਜਿਹੜਾ ਟ੍ਰੈਡੀਸ਼ਨਲ ਮੀਡੀਆ ਮੈਂ ਕਹਿਣਾ ਹੈਗਾ, ਇਹਦੇ ਪੈਂਫਲੇਟਸ ਬਣਾਓ। ਮੈਂ ਕਰਦਾ ਉਹ ਕੰਮ, ਮੈਂ ਹੋਰ ਪੋਲਿਊਸ਼ਨ ਦੇ ਬਾਰੇ ਜਾਂ ਐਜੂਕੇਸ਼ਨ ਦੇ ਬਾਰੇ ਜਾਂ ਕਰਪਸ਼ਨ ਦੇ ਬਾਰੇ ਜਿਹੜਾ ਕਰਦਾ ਹੈਗਾ, ਉਹਦੇ ਪੈਂਫਲੇਟ ਬਣਦਾ। ਮੈਂ ਇਕੱਲਾ ਜਾ ਕੇ ਟ੍ਰੈਫਿਕ ਲਾਈਟਸ ਦੇ ਉੱਤੇ ਖੜਾ ਹੋ ਕੇ ਲੋਕਾਂ ਨੂੰ ਵੰਡਦਾ ਹੈਗਾ। ਤਾਂ ਉਹ ਜਿਹੜੇ ਪੈਂਫਲੇਟਸ ਹੈਗੇ ਆ, ਮੈਂ ਸੁਣਿਆ ਕਿ ਉਹ ਕਰ ਰਹੇ, ਮੈਂ ਅੱਜ ਤੱਕ ਨਹੀਂ ਦੇਖਿਆ। ਤਾਂ ਉਹ ਪੈਂਫਲੇਟ ਵੰਡੋ, ਮਲਟੀਲਿੰਗੁਅਲ ਪੈਂਫਲੇਟ ਵੰਡੋ ਇੰਡੀਆ ਦੇ ਵਿੱਚ, ਅਲੱਗ-ਅਲੱਗ ਸਟੇਟਸ ਦੇ ਵਿੱਚ, ਕਿ ਤੁਹਾਡੀ ਅੰਦੋਲਨ ਦੀ ਡਿਮਾਂਡਸ ਕੀ ਹੈਗੀਆਂ, ਕਿਉਂ ਤੁਸੀਂ ਉਹ ਮੰਗ ਰਹੇ ਹੈਗੇ ਹੋ, ਔਰ ਉਹ ਕਿਸ ਤਰ੍ਹਾਂ ਦੇ ਨਾਲ ਅਚੀਵ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ। ਉਹ ਪੈਂਫਲੇਟਸ ਬਣਾਉਣੇ ਬਹੁਤ ਜ਼ਰੂਰੀ ਹੈ। ਉਹੀ ਪੈਂਫਲੇਟ ਵੈਬਸਾਈਟ ਦੇ ਉੱਤੇ ਵੀ ਆਉਣਗੇ, ਉਹੀ ਪੈਂਫਲੇਟਸ ਦਾ ਲਿੰਕ ਸੋਸ਼ਲ ਮੀਡੀਆ ਦੇ ਉੱਤੇ ਵੀ ਆਏਗਾ। ਇਹਨੂੰ ਇੱਕ ਸਟ੍ਰੈਟਜੀ ਮੰਨੋ, ਇਹ ਇੱਕ ਬਹੁਤ ਹੀ ਹਾਈਲੀ ਟੈਕਨੀਕਲ ਟੌਪਿਕ ਹੈ। ਇਹਨੂੰ ਤੁਸੀਂ ਇਸ ਤਰ੍ਹਾਂ ਨਾ ਸਮਝੋ ਕਿ ਵੀ ਇੱਥੇ ਟਵਿੱਟਰ ਦੇ ਉੱਤੇ ਪਾਤਾ ਔਰ ਸਾਰਿਆਂ ਲੋਕਾਂ ਨੂੰ ਪਤਾ ਚੱਲ ਗਿਆ। ਇਹ ਬਿਲਕੁਲ ਇਸ ਤਰ੍ਹਾਂ ਹੋਣ ਵਾਲਾ ਨਹੀਂ ਹੈ। ਤਾਂ ਇਹਨੂੰ ਤੁਸੀਂ ਮਿਕਸ ਮੀਡੀਆ ਯੂਜ਼ ਕਰਕੇ, ट्रेडिशनल एज वेल एज डिजिटल मीडिया यूज़ करके कंटेंट बनाना पेगा। ਇਹ ਇੱਕ ਬਹੁਤ ਹੀ ਮੁਸ਼ਕਿਲ ਕੰਮ ਹੈਗਾ। ਇਹਨੂੰ ਕੋਈ ਆਪਣੇ ਆਇਡੈਂਟੀਫਾਈ ਕਰੋ, ਉੱਥੇ ਬੰਦੇ ਜਾਂ ਵਲੰਟੀਅਰਸ ਨੂੰ ਬੁਲਾਓ ਔਰ ਇਹ ਕੰਮ ਕਰਵਾਓ। ਇਹ ਬਹੁਤ ਜ਼ਰੂਰੀ ਹੈ। ਅਗਲੀ ਜਿਹੜੀ ਚੀਜ਼ ਹੈਗੀ ਹੈ, ਮੈਂ ਇਹ ਕਹਿਣਾ ਚਾਹੁੰਦਾ ਹੈਗਾ ਵਾਂ ਦੈਟ people who are protesting, they are not able to diagnose the problem। ਉਹਨਾਂ ਨੂੰ ਪ੍ਰੋਬਲਮ ਡਾਇਗਨੋਜ਼ ਹੀ ਨਹੀਂ ਹੋ ਰਹੀ ਹੈਗੀ ਹਾਲੇ ਤੱਕ। if you are not able to diagnose the disease, you will never be able to cure it। ਉਹਦਾ ਇਲਾਜ ਤੁਸੀਂ ਨਹੀਂ ਕਰ ਸਕੋਗੇ ਜੇ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਬਿਮਾਰੀ ਕੀ ਹੈ, ਤਾਂ ਇਲਾਜ ਕਿਸ ਤਰ੍ਹਾਂ ਕਰੋਗੇ ਤੁਸੀਂ ਉਹਦਾ। ਤੁਸੀਂ you are not dealing with some ordinary politicians। ਤੁਸੀਂ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਉਹਨਾਂ ਦੀ ਬੈਕਗ੍ਰਾਉਂਡ ਦੇਖੋ ਇਹਨਾਂ ਪੋਲੀਟੀਸ਼ੀਅਨਸ ਦੀ, ਔਰ ਜਿਸ ਤਰ੍ਹਾਂ ਉਹ ਜਿੱਤ ਕੇ ਆਏ ਹੈਗੇ ਹੈ ਉਹ ਦੇਖੋ, ਔਰ ਉਹ ਕੀ ਆਪਣੇ ਟੈਨਿਓਰ ਦੇ ਵਿੱਚ ਹਾਸਿਲ ਕਰਨਾ ਚਾਹ ਰਹੇ ਹੈਗੇ ਹੈ, ਔਰ ਕਿਸ ਤਰ੍ਹਾਂ ਦੇ ਨਾਲ ਆਪਣੇ ਓਪੋਨੈਂਟਸ ਨੂੰ ਖਤਮ ਕਰ ਰਹੇ ਹੈ। ਤਾਂ ਦਿਸ ਇਜ਼ ਨਾਟ ਐਨ ਆਰਡੀਨਰੀ ਕਾਈਂਡ ਆਫ ਕੌਨਫਲਿਕਟ। ਤੁਸੀਂ ਇਹ ਦੇਖੋ, ਅੱਜ ਦੀ ਡੇਟ ਦੇ ਵਿੱਚ ਕੋਈ ਵੀ ਆਪੋਜੀਸ਼ਨ ਪੋਲੀਟੀਕਲ ਪਾਰਟੀ ਹੈ ਹੀ ਨਹੀਂ ਹੈ। ਦਿਸ ਇਜ਼ ਏ ਵਨ ਪਾਰਟੀ ਸਟੇਟ। ਇਸ ਵੇਲੇ ਇਹ ਇੱਕ ਪਾਰਟੀ ਸਟੇਟ ਹੈ। ਇਹਦੇ ਵਿੱਚ ਡੈਮੋਕ੍ਰੈਟਿਕ ਜਿਹੜੇ ਸਿਸਟਮਸ ਹੈਗੇ ਹੈ, ਉਹਨਾਂ ਨੂੰ ਯੂਜ਼ ਕਰਕੇ ਇਸ ਲੜਾਈ ਨੂੰ ਲੜਨਾ ਬਹੁਤ ਹੀ ਮੁਸ਼ਕਿਲ ਹੈ। If it is not impossible, at least it is not going to be a walk in the park। ਇਹ ਚੀਜ਼ਾਂ ਤੁਹਾਨੂੰ ਸਮਝਣੀਆਂ ਪੈਣਗੀਆਂ। ਤਾਂ ਇਹਨੂੰ ਡਾਇਗਨੋਸ ਕਰੋ ਪ੍ਰੋਬਲਮ ਨੂੰ। ਇਹ ਕਿਸਾਨਾਂ ਦੇ 3-4 ਕਾਨੂੰਨਾਂ ਦੇ ਇਰਦ ਗਿਰਦ ਨਾ ਘੁਮਾਓ ਇਹਨੂੰ, MSP ਦੇ ਇਰਦ ਗਿਰਦ ਨਾ ਘੁਮਾਓ ਇਹਨੂੰ। ਇਹ MSP ਜਾਂ ਕਾਨੂੰਨ ਰੱਦ ਹੋਣ ਤੋਂ ਬਾਅਦ ਵੀ ਇਹ ਮੰਨਿਆ ਜਾਏਗਾ ਕਿ ਨਹੀਂ, ਇਸ ਚੀਜ਼ ਦੇ ਉੱਤੇ ਧਿਆਨ ਦਿਓ। ਅੱਗੇ ਕਈ ਕਾਨੂੰਨ ਹੈਗੇ ਆ। there are means a slew of these laws which are not being enforced। ਉਹਨਾਂ ਨੂੰ ਐਨਫੋਰਸ ਨਹੀਂ ਕੀਤਾ, ਉਹ ਕਿਤਾਬਾਂ ਦੇ ਵਿੱਚ ਹੀ ਹੈ। ਇਸ ਅੰਦੋਲਨ ਨੂੰ ਡਾਇਗਨੋਸ ਕਰਨ ਦੀ ਕੋਸ਼ਿਸ਼ ਕਰੋ। ਆਪਣਿਆਂ
ਜਿਹੜੀ ਪ੍ਰੋਬਲਮ ਹੈਗੀ ਆ ਉਹਨੂੰ ਡਾਇਗਨੋਸ ਕਰਨ ਦੀ ਕੋਸ਼ਿਸ਼ ਕਰੋ ਤਾਂ ਉਹਦਾ ਇੱਕ ਕੋਰਸਪੋਂਡਿੰਗ ਸੋਲੂਸ਼ਨ ਲੱਭੋ। ਇਹਨੂੰ ਹਰ ਵਕਤ ਇਹਨੂੰ ਰੱਦ ਕਰੋ ਜੀ, ਰੱਦ ਕਰੋ ਜੀ, ਰੱਦ ਕਰੋ ਜੀ, ਇਹ ਕੋਈ ਡਿਮਾਂਡ ਨਹੀਂ ਹੈ। ਇਹਨੂੰ ਪ੍ਰੋਬਲਮ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤਾਂ ਇਹਦਾ ਡਾਇਗਨੋਸ। ਸੋ ਦਿਸ ਇਜ਼ ਐਨ ਅਦਰ ਵੀਕਨੈਸ in this protest. They are not able to diagnose the problem. If they are not able to diagnose the problem, they will not be able to treat it successfully. ਤਾਂ ਇਹ ਹੋ ਗਿਆ। ਓਪਰਚੁਨਿਟੀਜ਼ ਕੀ ਹੈਗੀਆਂ ਇਹਦੇ ਵਿੱਚ? ਓਪਰਚੁਨਿਟੀ, ਸਭ ਤੋਂ ਵੱਡੀ ਓਪਰਚੁਨਿਟੀ ਇਹ ਹੈਗੀ ਹੈ ਕਿ ਤੁਸੀਂ ਇੱਕ ਡੈਮੋਕ੍ਰੈਟਿਕ ਸਿਸਟਮ ਨੂੰ ਰਿਸਟੋਰ ਕਰਨ ਦੀ ਹੋਪ ਕਰ ਸਕਦੇ ਹੋ। ਇਹ ਉਮੀਦ ਕਰ ਸਕਦੇ ਹੋ ਕਿ ਇੱਕ ਡੈਮੋਕ੍ਰੈਟਿਕ ਸਿਸਟਮ ਜਿਹੜਾ ਹੈਗਾ ਉਹ ਇੱਥੇ ਰਿਸਟੋਰ ਹੋਏ। ਉਹ ਡੈਮੋਕ੍ਰੈਟਿਕ ਸਿਸਟਮ ਕਿਸ ਤਰ੍ਹਾਂ ਦਾ ਹੈਗਾ? ਜਿਸ ਤਰ੍ਹਾਂ ਕਿ ਨਾਰਦਿਕ ਕੰਟਰੀਜ਼ ਦੇ ਵਿੱਚ ਹੈਗਾ। ਨਾਰਦਿਕ ਕੰਟਰੀਜ਼ ਦੇ ਵਿੱਚ ਜਿਹੜਾ ਡੈਮੋਕ੍ਰੈਟਿਕ ਸਿਸਟਮ ਹੈਗਾ, ਜਾਂ ਕੁਝ ਹੱਦ ਤੱਕ ਟਰੰਪ ਦੇ ਜਾਣ ਤੋਂ ਬਾਅਦ ਜਾਂ ਟਰੰਪ ਦੇ ਆਉਣ ਤੋਂ ਪਹਿਲੇ ਜਿਹੜਾ ਡੈਮੋਕ੍ਰੈਟਿਕ ਸਿਸਟਮ ਅਮਰੀਕਾ ਦੇ ਵਿੱਚ ਸੀ, ਕੁਝ ਹੱਦ ਤੱਕ, ਮੈਂ ਪੂਰੀ ਤਰ੍ਹਾਂ ਨਹੀਂ ਉਹਨੂੰ ਕਹਿ ਰਿਹਾ ਹੈਗਾ, ਮੈਂ ਅਮਰੀਕਨ ਪੋਲਿਟਿਕਸ ਦੇ ਬਾਰੇ ਬਹੁਤ ਜ਼ਿਆਦਾ ਲਿਖਦਾ ਹੈਗਾ, ਤਾਂ ਉਹ ਜਿਹਾ ਡੈਮੋਕ੍ਰੈਟਿਕ ਸਿਸਟਮ ਜਾਂ ਤਾਂ ਯੂਰਪ ਦੇ ਵਿੱਚ ਜਿਹੜੇ ਨਾਰਦਿਕ ਕੰਟਰੀਜ਼ ਹੈ ਉਹ ਜਿਹਾ ਡੈਮੋਕ੍ਰੈਟਿਕ ਸਿਸਟਮ, ਜਾਂ ਕੁਝ ਅਮਰੀਕਾ ਵਰਗਾ ਡੈਮੋਕ੍ਰੈਟਿਕ ਸਿਸਟਮ ਇੱਥੇ ਰਿਸਟੋਰ ਕਰਨ ਦੇ ਵਾਸਤੇ ਇਹ ਤੁਸੀਂ ਹੋਪ ਕਰ ਸਕਦੇ ਹੋ ਥਰੂ ਦਿਸ ਐਜੀਟੇਸ਼ਨ। ਤਾਂ ਉਹਨੂੰ ਤੁਸੀਂ ਇੱਕ ਰੂਪ ਦੇਣਾ ਪਏਗਾ ਉਹ ਜਿਹਾ ਕਿ ਇਸ ਅੰਦੋਲਨ ਨੂੰ ਉਸ ਤਰੀਕੇ ਦੇ ਨਾਲ ਚਲਾਇਆ ਜਾਏ ਕਿ ਇੱਕ ਡੈਮੋਕ੍ਰੇਸੀ ਦੇ ਵਿੱਚ ਅਸੀਂ ਰਹਿ ਸਕੀਏ। ਡੈਮੋਕ੍ਰੇਸੀ ਦਾ ਮਤਲਬ ਕੀ ਹੈਗਾ? ਡੈਮੋਕ੍ਰੇਸੀ ਦਾ ਮਤਲਬ ਹੈਗਾ, ਸਭ ਤੋਂ ਵੱਡਾ ਜਿਹੜਾ ਡੈਮੋਕ੍ਰੇਸੀ ਦਾ ਮੈਂ ਮਤਲਬ ਸਮਝਦਾ ਹੈਗਾ ਉਹ ਹੈਗਾ ਪ੍ਰੋਸਪੈਰਿਟੀ। ਪ੍ਰੋਸਪੈਰਿਟੀ ਫॉर ਈਚ ਐਂਡ ਐਵਰੀ ਸਿਟੀਜ਼ਨ ਆਫ ਦਾ ਕੰਟਰੀ। ਡੈਮੋਕ੍ਰੇਸੀ ਦਾ ਮਤਲਬ ਹੈਗਾ ਇਕੁਐਲਿਟੀ। ਇਕੁਐਲਿਟੀ ਜਦ ਹੋਏਗੀ ਤਾਂ ਆਪਣੇ ਆਪ ਪ੍ਰੋਸਪੈਰਿਟੀ ਸਭ ਵਾਸਤੇ ਆਏਗੀ। ਮੈਂ ਇੱਥੇ ਇੱਕ ਹੋਰ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ। I do not belong to any political party. As I have said before, I believe and I am sure about this fact that each and every party in this country, political party in this country, is full of crooks. So I do not belong to any political party. ਤਾਂ ਮੈਂ ਇਹ ਕਹਿ ਰਿਹਾ ਹੈਗਾ ਵਾਂ ਕਿ ਡੈਮੋਕ੍ਰੇਸੀ ਦਾ ਮਤਲਬ ਹੈਗਾ ਕਿ ਇੱਕ ਤਾਂ ਇਲੈਕਸ਼ਨਸ ਬਿਲਕੁਲ ਫੇਅਰ ਹੋਣ। ਉਹਦੇ ਵਿੱਚ ਵੀ ਮੈਂ ਜਾਣਾ ਨਹੀਂ ਚਾਹੁੰਦਾ, ਮੈਂ ਲਿਖਿਆ ਬਹੁਤ ਹੈ ਇਹਦੇ ਵਾਸਤੇ, ਉਹਦੇ ਵਿੱਚ ਵੀ ਮੈਂ ਜਾਵਾਂਗਾ ਨਹੀਂ ਇਸ ਵਕਤ। ਤਾਂ ਬਰੀਫਲੀ ਮੈਂ ਕਹਿਣਾ ਚਾਹੁੰਦਾ ਹੈਗਾ ਕਿ ਜਿਸ ਵੇਲੇ ਡੈਮੋਕ੍ਰੇਸੀ ਆਏਗੀ, ਡੈਮੋਕ੍ਰੇਸੀ ਦੇ ਨਾਲ ਇਕੁਐਲਿਟੀ ਆਏਗੀ, ਇਕੁਐਲਿਟੀ ਦੇ ਨਾਲ ਪ੍ਰੋਸਪੈਰਿਟੀ ਆਏਗੀ। ਪ੍ਰੋਸਪੈਰਿਟੀ ਜਿਸ ਵੇਲੇ आएगी इंडिया, और that is possible. I am saying that this is going to be an uphill task to achieve this kind of goal, but this is possible. ਤਾਂ ਜਿਸ ਵੇਲੇ ਡੈਮੋਕ੍ਰੇਸੀ ਆਏਗੀ ਇਸ ਕੰਟਰੀ ਦੇ ਵਿੱਚ ਤਾਂ ਪ੍ਰੋਸਪੈਰਿਟੀ ਆਏਗੀ ਤਾਂ ਅਸੀਂ ਆਪਣਾ ਫੋਕਸ ਜਿਹੜਾ ਹੈਗਾ ਉਹ ਇਸ ਦੀ ਡਿਵੈਲਪਮੈਂਟ ਵਿੱਚ ਲਗਾ ਸਕਾਂਗੇ, ਨਾ ਕਿ ਹਰ ਰੋਜ਼ ਸੜਕਾਂ ਦੇ ਉੱਤੇ ਆ ਕੇ ਨਾਅਰੇ ਮਾਰਾਂਗੇ। ਇਹ ਬਹੁਤ ਇੰਪੋਰਟੈਂਟ ਹੈ। ਇਹ ਜਿਹੜੇ ਬੱਚੇ ਵੀ ਹੈਗੇ, ਮੈਨੂੰ ਬਹੁਤ ਦੁੱਖ ਹੁੰਦਾ ਹੈ, ਛੋਟੇ ਬੱਚੇ ਵੀ ਉੱਥੇ ਆਏ ਹੈਗੇ ਆ, ਸਟੇਜ ਦੇ ਉੱਤੇ ਵੀ ਉਹ ਕੁਝ ਡਰਾਮਾ ਵਗੈਰਾ ਵੀ ਕਰਦੇ ਹੈਗੇ ਇਹਦੇ ਪ੍ਰੋਟੈਸਟ ਦੇ ਉੱਤੇ। ਤਾਂ ਉਹ ਹੋਰ ਵੀ ਬਹੁਤ ਕੁਝ ਆਪਣਾ ਵਿਊਜ਼ ਸ਼ੇਅਰ ਕਰਦੇ ਹੈਗੇ ਇਹਦੇ ਬਾਰੇ। ਤਾਂ ਉਹ ਜਿਹੜੇ ਬੱਚੇ ਆਪਣੀ ਪੜ੍ਹਾਈ ਦੇ ਵਿੱਚ ਧਿਆਨ ਦੇ ਪਾਉਣਗੇ। ਪੜ੍ਹਾਈ ਸਾਡੀ ਚੰਗੀ ਹੋਏਗੀ ਜੇਕਰ ਇੱਥੇ ਡੈਮੋਕ੍ਰੇਸੀ ਹੋਏਗੀ, ਜੇਕਰ ਇੱਥੇ ਇਕੁਐਲਿਟੀ ਹੋਏਗੀ, ਜੇਕਰ ਇੱਥੇ ਪ੍ਰੋਸਪੈਰਿਟੀ ਹੋਏਗੀ। ਇੱਕ ਹਿਊਮਨ ਡਿਵੈਲਪਮੈਂਟ ਇੰਡੈਕਸ ਆਉਂਦਾ, ਉੱਥੇ ਇੰਡੀਆ ਦਾ ਨੰਬਰ 129 ਦੇ ਉੱਤੇ ਹੈ। 129 ਦਾ ਮਤਲਬ 128 ਕੰਟਰੀ ਜਿੱਥੇ ਕੰਟੀਨਿਊਸਲੀ ਵਾਰਸ ਵੀ ਹੋ ਰਹੇ ਹੈਗੇ ਹੈ, ਉਹ ਵੀ ਕੰਟਰੀ ਸਾਡੇ ਤੋਂ ਅੱਗੇ ਹੈ। ਯਾਨੀ ਕਿ HDI ਯਾਨੀ ਕਿ ਹਿਊਮਨ ਡਿਵੈਲਪਮੈਂਟ ਇੰਡੈਕਸ ਦਾ ਮਤਲਬ ਹੈਗਾ ਇਹ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਇਸ਼ੂ ਕਰਦਾ ਹੈਗਾ। ਇੱਕ ਲਿਸਟ ਹੈ ਜਿਹੜੇ ਕੰਟਰੀਜ਼ ਦੇ ਵਿੱਚ ਉੱਥੇ ਦੇ ਲੋਕਾਂ ਦੇ ਵਿੱਚ ਸਕਿੱਲਸ ਕੀ ਹੈ, ਉਹ ਐਜੂਕੇਸ਼ਨ ਉਹਨਾਂ ਦੇ ਵਿੱਚ ਕਿੰਨੀ ਹੈਗੀ। ਤਾਂ ਉਹ ਜਿਹੜਾ ਹੈਗਾ ਉਹ HDI 129 ਨੰਬਰ ਦੇ ਉੱਤੇ ਹੈ। ਉਹਦਾ ਕੀ ਮਤਲਬ ਹੈਗਾ ਕਿ ਜੋ ਵੀ ਇੱਥੇ ਪੜ੍ਹਾਇਆ ਜਾ ਰਿਹਾ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਜਾਂ ਉਸ ਤੋਂ ਬਾਅਦ ਯੂਨੀਵਰਸਿਟੀਜ਼ ਦੇ ਵਿੱਚ, ਉਹ ਕਿਸੇ ਦੇ ਕੰਮ ਦਾ ਨਹੀਂ ਹੈਗਾ।
ਕਿਸੇ ਦੇ ਕੰਮ ਦਾ ਨਹੀਂ ਹੈਗਾ। ਤਾਂ ਹੀ ਤੁਸੀਂ ਦੇਖਿਆ ਹੋਵੇਗਾ ਡਿਗਰੀਆਂ ਹੱਥ ਦੇ ਵਿੱਚ ਹੈ, ਲੋਕੀ ਨਾਰੇ ਲਗਾ ਰਹੇ ਆ, ਪੁਲਿਸ ਵਾਲੇ ਉਹਨਾਂ ਨੂੰ ਡੰਡੇ ਮਾਰ ਰਹੇ ਆ, ਕਿਉਂਕਿ ਉਹ ਵਿਚਾਰੇ ਡਿਗਰੀ ਲੈ ਕੇ ਨੌਕਰੀ ਲੱਭਣ ਜਾਂਦੇ ਹੈਗੇ। ਉਹ ਕਿਉਂ? ਕਿਉਂਕਿ ਜਿੰਨੇ ਨੌਕਰੀ ਦੇਣੀ ਹੈਗੀ ਆ ਉਹ ਵਾਲੀਆਂ ਸਕਿੱਲਸ ਇਹ ਪੜ੍ਹਾਈ ਦੇ ਨਹੀਂ ਰਹੀ ਇਹਨਾਂ ਨੂੰ, ਬੱਚਿਆਂ ਨੂੰ। ਔਰ ਜਿਹੜੀਆਂ ਸਕਿੱਲਸ ਚਾਹੀਦੀਆਂ ਹੈਗੀਆਂ ਇੰਪਲਾਇਰਸ ਨੂੰ ਉਹ ਸਕੂਲ ਨਹੀਂ ਦੇ ਰਹੇ ਹੈਗੇ। ਤਾਂ ਨੌਕਰੀ ਕਿੱਥੋਂ ਲੱਗ ਜਾਏਗੀ? ਤਾਂ ਨੌਕਰੀ ਨਹੀਂ ਲੱਗ ਸਕਦੀ। ਜਿਸ ਵੇਲੇ ਡੈਮੋਕ੍ਰੇਸੀ ਆਏਗੀ ਤਾਂ ਐਜੂਕੇਸ਼ਨ ਸਿਸਟਮ ਸਾਨੂੰ ਠੀਕ ਕਰਨਾ ਪਏਗਾ ਤਾਂ ਕਿ ਸਾਡਾ HDI ਦੇ ਵਿੱਚ ਨੰਬਰ ਉੱਪਰ ਜਾਏ। ਔਰ ਜਿਹੜੀ ਅਸੀਂ ਨੌਕਰੀ ਲੱਭਣੀ ਹੈਗੀ ਹੈ ਪੜ੍ਹਾਈ ਉਸੀ ਦੇ ਅਕੋਰਡਿੰਗਲੀ ਹੋਏ। ਤਾਂ ਉਹ ਕਰਨ ਦੇ ਵਾਸਤੇ ਅੱਜ ਕੱਲ੍ਹ ਲੋਕੀ ਹਾਈਬ੍ਰਿਡ ਸਕਿੱਲਸ ਦੀ ਗੱਲ ਕਰ ਰਹੇ, ਹਾਈਬ੍ਰਿਡ ਜੌਬਸ ਦੀ ਗੱਲ ਕਰ ਰਹੇ ਹੈਗੇ। ਉਹ ਵਾਲੀਆਂ ਜਿਹੜੀਆਂ ਸਕਿੱਲਸ ਹੈਗੀਆਂ ਅੱਜ ਦੀ ਇੰਡੀਆ ਦੀ ਈਵਨ ਦਾ topmost universities and colleges or schools are not giving that education which is required to acquire those hybrid skills। ਇਸ ਚੀਜ਼ ਨੂੰ ਸਮਝੋ ਤੁਸੀਂ। ਤਾਂ ਇਹ ਜਿਹੜਾ ਹੈਗਾ ਮੈਂ ਜਿਸ ਤਰ੍ਹਾਂ ਕਿਹਾ ਹੈਗਾ ਕਿ ਓਪਰਚੁਨਿਟੀ ਇਹ ਹੈਗੀ ਹੈ ਕਿ ਅਸੀਂ ਇੱਥੇ ਇੱਕ ਡੈਮੋਕ੍ਰੈਟਿਕ ਸਿਸਟਮ ਰਿਸਟੋਰ ਕਰ ਸਕੀਏ। ਠੀਕ ਹੈ। ਤਾਂ ਥ੍ਰੈਟਸ ਕੀ ਹੈਗੀਆਂ? ਥ੍ਰੈਟਸ ਸਭ ਤੋਂ ਵੱਡੀ ਹੈ ਕਿ ਜੇ ਇਹ ਅੰਦੋਲਨ ਫੇਲ ਹੋ ਗਿਆ ਤਾਂ ਦੁਬਾਰਾ ਅਸੀਂ ਕਈ ਆਉਣ ਵਾਲੇ ਸਾਲਾਂ ਤੱਕ ਕੋਈ ਵੀ ਅਸੀਂ ਸਰਕਾਰ ਕੋਲੋਂ ਕੁਝ ਮੰਗ ਨਹੀਂ ਪਾਵਾਂਗੇ। If this movement fails, then we will not be able to stand on our own feet for the next many decades। ਤਾਂ ਇਹ ਇੱਕ ਮੈਨੂੰ ਵੀ ਇੱਕ ਹੋਪ ਲੱਗੀ ਹੈਗੀ ਹੈ ਇਸ ਮੂਵਮੈਂਟ ਤੋਂ ਕਿ ਇਹ ਜਿਹੜਾ ਮੂਵਮੈਂਟ ਹੈਗਾ ਇਹ ਕੁਛ ਇੰਡੀਆ ਦੇ ਵਾਸਤੇ ਚੰਗਾ ਕਰ ਸਕਦਾ ਹੈਗਾ। ਔਰ ਮੈਂ ਇੱਕ ਵਾਰੀ ਫਿਰ ਸਲੂਟ ਕਰਦਾ ਹੈਗਾ ਜਿਹੜੇ ਕਿਸਾਨ ਇਸ ਅੰਦੋਲਨ ਨੂੰ ਚਲਾ ਰਹੇ ਹੈਗੇ ਆ ਜਾਂ ਹੋਰ ਬੰਦੇ ਇਹਨੂੰ ਚਲਾ ਰਹੇ ਹੈਗੇ। ਔਰ ਖਾਸ ਕਰਕੇ ਯੂਥ ਜਿਹੜੇ ਲੋਕੀ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਜਾ ਕੇ ਪਹਿਲੇ ਭਾਸ਼ਣ ਦਿੰਦੇ ਸੀ, ਹੁਣ ਉਹ ਇੱਥੇ ਆ ਕੇ ਬੈਠੇ ਹੋਏ ਆ ਦਿੱਲੀ ਦੇ ਬਾਹਰ। ਉਹਨਾਂ ਤੋਂ ਮੈਨੂੰ ਹੋਪ ਹੈਗੀ ਹੈ ਕਿ ਉਹ ਇਹਨੂੰ ਕਿ ਕੋਈ ਏਜ ਦੀ ਮੈਂ ਇੱਥੇ ਗੱਲ ਨਹੀਂ ਕਰ ਰਿਹਾ ਹੈਗਾ, ਉਹਨਾਂ ਦੀ ਕੰਟਰੀਬਿਊਸ਼ਨ ਵੀ ਓਨੀ ਹੈਗੀ ਹੈ ਜਿੰਨੇ 70 80 ਸਾਲ ਦੇ ਕਿਸਾਨ ਵਿਚਾਰੇ ਉੱਥੇ ਬੈਠੇ ਹੋਏ ਹੈਗੇ ਆ, ਇੰਨੀ ਠੰਡ ਦੇ ਵਿੱਚ ਬੈਠੇ ਹੋਏ ਆ। ਕਈ ਵਾਰੀ ਮੈਂ ਦੇਖਦਾ ਇੱਥੇ ਫੋਟੋਆਂ ਦੇਖਦਾ ਹੈਗਾ ਉਹਨਾਂ ਚੱਪਲ ਵੀ ਨਹੀਂ ਪਾਈ ਹੋਈ ਹੁੰਦੀ। ਤਾਂ ਉਹਨਾਂ ਦੀ ਕੰਟਰੀਬਿਊਸ਼ਨ ਵੀ ਓਨੀ ਹੈਗੀ ਹੈ ਜਿੰਨੀ ਯੂਥ ਦੀ ਹੈਗੀ ਹੈ ਇਸ ਅੰਦੋਲਨ ਨੂੰ ਖੜਾ ਕਰਨ ਵਾਸਤੇ। ਤਾਂ ਇਸ ਨੂੰ ਅੰਦੋਲਨ ਨੂੰ ਖਤਮ ਨਾ ਹੋਣ ਦੇਣਾ ਔਰ ਇਹਨੂੰ ਸਿਰਫ MSP ਜਾਂ ਇਹਨਾਂ ਦੇ ਕਾਨੂੰਨਾਂ ਨੂੰ ਰਿਪੀਲ ਕਰਨ ਦੇ ਉੱਤੇ ਨਾ ਫੋਕਸ ਕਰੋ। ਇਹ ਬਹੁਤ ਵੱਡਾ ਇੱਕ ਅੰਦੋਲਨ ਹੈ। ਇਹ ਤੁਸੀਂ ਇਹ ਸਮਝੋ ਕਿ ਜਿਸ ਤਰ੍ਹਾਂ ਇੱਕ ਕੰਟੈਂਪਰੇਰੀ ਅੰਦੋਲਨ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਹੈਗਾ, ਥਾਈਲੈਂਡ ਔਰ ਬੈਲਾਰੂਸ ਦੇ ਵਿੱਚ ਹੋ ਰਹੇ ਹੈਗੇ ਸਿਮਿਲਰ ਅੰਦੋਲਨ। ਉਹ 6 ਮਹੀਨੇ ਤੋਂ ਚੱਲ ਰਹੇ ਹੈਗੇ ਔਰ ਦੋਨੋਂ ਉਹ ਕੰਟਰੀਜ਼ ਡਿਕਟੇਟਰਸ਼ਿਪ ਕੰਟਰੀਜ਼ ਹੈ, ਥਾਈਲੈਂਡ ਵੀ ਔਰ ਬੈਲਾਰੂਸ ਵੀ। ਉੱਥੇ ਇਹ ਅੰਦੋਲਨ ਚੱਲ ਰਹੇ ਹੈਗੇ। ਤਾਂ ਉਹਨਾਂ ਨੂੰ ਦੇਖੋ ਕਿ ਉਹ 6 ਮਹੀਨੇ ਤੋਂ ਇਸ ਤਰ੍ਹਾਂ ਹੀ ਬਿਲਕੁਲ ਉਹਨਾਂ ਦੇ ਉੱਤੇ ਇਸ ਤਰ੍ਹਾਂ ਹੀ ਬਰੂਟੈਲਿਟੀ ਹੋ ਰਹੀ ਹੈਗੀ ਹੈ। ਅਲੱਗ-ਅਲੱਗ ਉਹਨਾਂ ਨੂੰ ਝੂਠਿਆਂ ਕੇਸਾਂ ਦੇ ਵਿੱਚ ਫਸਾ ਕੇ ਜੇਲ੍ਹਾਂ ਦੇ ਵਿੱਚ ਪਾਇਆ ਜਾ ਰਿਹਾ। ਕੁਝ ਦੇਸ਼ ਛੱਡ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਉਸ ਅੰਦੋਲਨ ਨੂੰ ਸਪੋਰਟ ਕਰ ਰਹੇ ਹੈਗੇ ਹੈ। ਤਾਂ ਇਹ ਦੇਖੋ ਕਿ 6 ਮਹੀਨੇ ਉੱਥੇ ਹੋ ਗਏ ਹੈ ਦੋਨਾਂ ਜਗ੍ਹਾ ਦੇ ਉੱਤੇ, ਥਾਈਲੈਂਡ ਵਿੱਚ ਵੀ ਬੈਲਾਰੂਸ ਦੇ ਵਿੱਚ ਵੀ ਹਾਲੇ ਵੀ ਉਹ ਚੱਲ ਰਹੇ ਹੈਗੇ। ਤਾਂ ਉਹ ਅੰਦੋਲਨ ਅਗਰ 6 ਮਹੀਨੇ ਉੱਥੇ ਚੱਲ ਸਕਦੇ ਹੈਗੇ ਹੈ ਅੰਡਰ ਸਵੀਅਰ ਪੁਲਿਸ ਬਰੂਟੈਲਿਟੀ, ਤਾਂ ਇੱਥੇ ਵੀ ਇਹਨੂੰ ਲੰਬਾ ਖਿੱਚਣਾ ਪਏਗਾ ਤੁਹਾਨੂੰ। ਇਹਦੇ ਵਿੱਚ ਕੋਈ ਹੋਰ ਆਪਸ਼ਨ ਨਹੀਂ ਹੈ। ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਤਾਂ ਇਹ ਨਾ ਸੋਚੋ ਕਿ ਕਾਨੂੰਨ ਰੱਦ ਹੋ ਜਾਣ ਤੇ ਅਸੀਂ ਆਪਣੇ ਵਾਪਸ ਜਾ ਕੇ ਘਰਾਂ ਦੇ ਵਿੱਚ ਸੋਈਏ। ਇਹ ਇੰਨੀ ਜਲਦੀ ਗੱਲ ਖਤਮ ਹੋਣ ਵਾਲੀ ਨਹੀਂ ਹੈ। ਤੁਸੀਂ 2-3 ਮਹੀਨੇ ਦੇ ਬਾਅਦ ਫਿਰ ਤੰਗ ਪੈ ਜਾਓਗੇ, ਕੁਛ ਨਾ ਕੁਛ ਹੋਰ ਆ ਜਾਏਗਾ। ਤਾਂ ਇਹਨੂੰ ਤੁਸੀਂ ਲੰਬੇ ਇੱਕ ਇਸ ਦਾ ਜਿਹੜਾ ਰੋਡ ਮੈਪ ਹੈਗਾ ਉਹ ਇੱਕ ਲੰਬਾ ਬਣਾਓ। ਇੱਕ ਰੋਡ ਮੈਪ ਜਿਹੜਾ ਹੈਗਾ ਉਹਦਾ ਬਲੂ ਪ੍ਰਿੰਟ ਬਣਾਉਣਾ, ਉਹਦਾ ਲੰਬਾ ਇੱਕ ਉਹ ਬਣਾਓ, ਫਲੋ ਚਾਰਟ ਬਣਾਓ ਕਿ ਅਗਰ ਇਹ ਜਿਸ ਤਰ੍ਹਾਂ ਮੈਂ ਇੱਕ ਕੰਪਿਊਟਰ ਪ੍ਰੋਗਰਾਮਰ ਵੀ ਰਿਹਾ, ਸੌਫਟਵੇਅਰ ਡਿਵੈਲਪਰ ਰਿਹਾ ਹੈਗਾ। ਫਲੋ ਚਾਰਟ ਹੁੰਦਾ ਕਿ ਇੱਥੋਂ ਦੀ ਸ਼ੁਰੂ ਹੋਏਗਾ, ਜੇ ਇਹ ਹੋਏਗਾ ਤਾਂ ਇਹ, ਜੇ ਇਹ ਨਹੀਂ ਹੋਏਗਾ ਤਾਂ ਇਹ ਜਾਣਾ ਅਸੀਂ ਇੱਥੇ ਤੱਕ। ਇਹ ਫਲੋ ਚਾਰਟ ਬਣਾਉਣਾ ਪਏਗਾ।
ਤਾਂ ਅੱਜ ਮੈਂ ਇਹਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਇਹਦਾ ਸਾਰੇ ਮੈਂ ਪੁਆਇੰਟਸ ਸਵੋਟ ਐਨਾਲਿਸਿਸ ਦੇ ਕਵਰ ਕਰ ਲਏ ਹੈ। ਸਟਰੈਂਥਸ, ਵੀਕਨੈਸਿਸ, ਓਪਰਚੁਨਿਟੀਜ਼ ਐਂਡ ਥ੍ਰੈਟਸ। ਤਾਂ ਇਸ ਨੂੰ ਇਸ ਤਰ੍ਹਾਂ ਦੇ ਨਾਲ ਅੰਦੋਲਨ ਨੂੰ ਚਲਾਉਣਾ ਪਏਗਾ। ਜੇਕਰ ਮੇਰੇ ਕੋਲੋਂ ਕੋਈ ਗਲਤ ਗੱਲ ਕਹੀ ਗਈ ਹੋਏ ਤਾਂ ਪਲੀਜ਼ ਐਕਸਕਿਊਜ਼ ਮੀ ਫॉर ਦਿਸ, ਬਿਕੋਜ਼ ਦਿਸ ਇਜ਼ ਮਾਈ ਫਸਟ ਫਾਰਮਲ ਵੀਡੀਓ। ਮੈਂ ਇਸ ਤਰ੍ਹਾਂ ਇੱਕ ਦੋ ਹੋਰ ਇਸ ਤਰ੍ਹਾਂ ਬੱਚਿਆਂ ਨੂੰ ਪੜ੍ਹਾਉਂਦਾ ਹੈਗਾ ਵਾਂ, ਉਹਦੇ ਵਿੱਚ ਬਣਾਏ ਹੈਗੇ ਆ ਮੈਂ ਇੱਕ ਦੋ ਵੀਡੀਓ, ਪਰ ਫਾਰਮਲ ਜਿਹੜਾ ਵੀਡੀਓ ਹੈਗਾ ਉਹ ਮੈਂ ਇਹੀ ਬਣਾਇਆ ਹੈਗਾ। ਔਰ ਮੇਰੇ ਕੋਲ ਕੋਈ ਪ੍ਰੋਪਰ ਇਕੁਇਪਮੈਂਟ ਵੀ ਨਹੀਂ ਹੈਗੀ ਜਿਹਦੇ ਵਿੱਚ ਮੈਂ ਵੀਡੀਓ ਬਣਾ ਸਕਦਾ। ਪਰਹੈਪਸ you will not find faults with this video, and excuse me for any shortcomings that those were there in this particular interaction. Thank you very much. I might come back. Please bear with me. Thank you.